ਆਮ ਆਦਮੀ ਪਾਰਟੀ ਦੇ ਲੋਕਾਂ ਨਾਲ, ਆਮ ਆਦਮੀ ਪਾਰਟੀ ਦੇ ਲੀਡਰਸ ਨਾਲ ਮੇਰੇ ਚੰਗੇ ਸੰਬੰਧ ਹੈ। ਸੁਖਮ ਅਪਰੋਚ ਕੀਤਾ ਸੀ ਉਹਨਾਂ ਨੇ ਵੀ ਸਾਡੇ ਵੱਲੋਂ ਖੜ ਜਾਓ। ਨਹੀਂ, ਹੁਣ ਤੁਸੀਂ ਛੱਡੋ ਇਸ ਗੱਲ ਨੂੰ। ਲੇਕਿਨ ਮੇਰੀ ਮਜਬੂਰੀ ਸੀ ਕਿ ਮੈਂ ਜੇ ਸੀਐਮ ਨਾ ਹੁੰਦੇ ਤਾਂ ਮੈਂ ਚਲਾ ਜਾਂਦਾ। ਜੇ ਚਰਨਜੀਤ ਸਿੰਘ ਚੰਨੀ ਸੀਐਮ ਨਾ ਹੁੰਦਾ ਫਿਰ ਮੈਂ ਡੈਫੀਨੇਟਲੀ ਚਲਾ ਜਾਂਦਾ। ਤੇਰਾ ਭਰਾ ਤਾਂ ਆਮ ਆਦਮੀ ਪਾਰਟੀ ਚਲਾ ਗਿਆ, ਲੇਕਿਨ ਆਮ ਆਦਮੀ ਪਾਰਟੀ ਨਾਲ ਮੇਰੀ ਸੋਚ ਕੁਛ ਨਾ ਕੁਛ ਮਿਲਦੀ ਹੈ। ਮੇਰੇ ਪਹਿਲਾਂ ਉਹਨਾਂ ਦੇ ਨਾਲ ਲਿੰਕਸ, ਹਾਂ ਜੇ ਪਹਿਲਾਂ ਮੈਂ ਉਹਨਾਂ ਨਾਲ ਤੁਰਿਆ ਹੁੰਦਾ, ਕਿਤੇ ਜੁਆਇਨ ਕਰ ਜਾਂਦਾ ਫਿਰ ਠੀਕ ਸੀ। ਲੇਕਿਨ ਇਹ ਸਟੇਜ 'ਤੇ ਆ ਕੇ ਗੱਲ ਕਰਨੀ ਕਿ ਮੇਰਾ ਭਰਾ ਸੀਐਮ ਉਹਨੂੰ ਛੱਡ ਕੇ ਜਾਣਾ, ਮੈਂ ਠੀਕ ਨਹੀਂ ਸਮਝਿਆ। ਮੈਨੂੰ ਇਹ ਜ਼ਰੂਰ ਸੀ ਕਿ ਮੇਰੇ ਇਹਨਾਂ ਲੋਕਾਂ ਨੇ ਐਵੇਂ ਰੌਲਾ ਪਾਇਆ ਕਿ ਆਪਣੇ ਭਰਾ ਨੇ ਖੜਾਇਆ ਜੀ, ਇਹ ਭਰਾ ਇਹਦੀ ਸਪੋਰਟ ਕਰ ਰਿਹਾ। ਮੇਰੀ ਕੋਈ ਸਪੋਰਟ ਨਹੀਂ ਕਿਸੇ ਨੇ ਕੀਤੀ, ਮੈਂ ਖੁਦ ਇਲੈਕਸ਼ਨ ਲੜਿਆ। ਇਹ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਾਂਗਰਸ ਦੇ ਲੀਡਰਾਂ ਨੂੰ ਵੀ, ਕਿ ਜੀਪੀ ਵਰਗੇ ਜਿਹੜੇ ਐਮਐਲਏ ਹਾਰੇ ਇਹਨਾਂ ਨੂੰ ਵੀ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਆਪਣੇ ਦਮ 'ਤੇ ਇਕੱਲੇ ਨੇ ਇਲੈਕਸ਼ਨ ਲੜਿਆ, ਆਪਣੇ ਦਮ 'ਤੇ ਲੋਕਾਂ ਨਾਲ ਮਿਲ ਕੇ ਲੋਕਾਂ ਨੇ ਇਲੈਕਸ਼ਨ ਲੜਿਆ ਮੇਰਾ ਹੈ। ਮੈਂ ਰੌਲਾ ਪਾਉਂਦਾ ਫਿਰਦਾ ਜੀ ਐਕਸ਼ਨ ਲਿਆ ਜਾਵੇ ਚੰਨੀ ਦੇ, ਇਹਨੇ ਆਪਣਾ ਭਰਾ ਖੜਾਇਆ ਜੀ। ਇਹ ਉਹਨੂੰ ਇੰਨੀ ਗੱਲ ਪੁੱਛੀ, ਜੇ ਭਰਾ ਖੜ ਵੀ ਗਿਆ ਸੀ ਤੂੰ ਜਿੱਤ ਲੈਂਦਾ ਫਿਰ ਵੀ, ਕਿ ਤੂੰ ਆਪਣੀ ਹੋਣ 'ਤੇ ਜਿੱਤਣਾ ਸੀ ਨਾ, ਤੂੰ ਕਿਉਂ ਨਹੀਂ ਜਿੱਤਿਆ? ਕਿਉਂ? ਤੈਨੂੰ ਕਿੰਨੀਆਂ ਕੁ ਵੋਟਾਂ ਪਈਆਂ? ਪਿਛਲੀ ਵਾਰ 47,000 ਵੋਟ ਪਈ ਸੀ ਉਹਨੂੰ ਜਦੋਂ ਜਿੱਤਿਆ ਸੀ ਉਹ, ਇਸ ਵਾਰੀ ਉਹਨੂੰ 16,000 ਵੋਟ ਪੈ ਰਹੀ ਹੈ। ਤੁਹਾਡਾ ਅਗਲਾ ਸਟੈਪ ਕੀ ਰਹੂਗਾ? ਤੁਸੀਂ ਕਿਹਾ ਤੁਸੀਂ ਕਿਸੇ ਵੀ ਕਾਂਗਰਸ ਪਾਰਟੀ ਨਾਲ ਐਸੋਸੀਏਟਡ ਨਹੀਂ ਹੋ, ਲੀਡਰਾਂ ਨਾਲ ਐਸੋਸੀਏਟਡ ਨਹੀਂ ਹੋ, ਕਿ ਤੁਸੀਂ ਆਮ ਆਦਮੀ ਪਾਰਟੀ ਜਾ ਸਕਦੇ ਹੋ? ਆਮ ਆਦਮੀ ਪਾਰਟੀ ਨੂੰ ਮੈਂ ਐਜ਼ ਐਨ ਇੰਡੀਪੈਂਡੈਂਟ ਪੂਰੀ ਸਪੋਰਟ ਕਰਾਂਗਾ। ਮੈਂ ਮਾਨ ਸਾਹਿਬ ਭਗਵੰਤ ਮਾਨ ਦੀ ਪੂਰੀ ਕਦਰ ਕਰਦਾ। ਮੈਨੂੰ ਲੱਗਦਾ ਹੈ ਕਿ ਹੀ ਵਿਲ ਬੀ ਗੁੱਡ ਐਡਮਿਨਿਸਟ੍ਰੇਟਰ। ਲੇਕਿਨ ਮੈਂ ਸਮਝਦਾ ਮੇਰੀ ਸ਼ੁਭਕਾਮਨਾਵਾਂ ਉਹਨਾਂ ਨੂੰ ਕਿ ਜਿੱਥੇ ਤੱਕ ਮੈਂ ਆਪਣੀ ਸਪੋਰਟ ਹੋਏਗੀ ਮੈਂ ਜ਼ਰੂਰ ਸਪੋਰਟ ਕਰਾਂਗਾ। ਕੰਸਟਰਕਟਿਵ ਜਿਹੜੀ ਸਪੋਰਟ ਆ ਜ਼ਰੂਰੀ ਦੇਣੀ ਹੁੰਦੀ ਹੈ। ਮੈਂ ਆਪਣੇ ਬਸੀ ਪੁਰਾਣੇ ਹਲਕੇ 'ਚ ਵੀ ਕੋਈ ਜਿਹੜਾ ਉੱਥੇ ਐਮਐਲਏ ਬਣਿਆ ਮੁੰਡਾ, ਉਹਦੇ ਕੋਈ ਐ ਨਹੀਂ ਹੈਗਾ ਉਹਦੇ ਅਗੇਂਸਟ ਬੋਲੂੰਗਾ ਜਾਂ ਝੰਡਾ ਹੀ ਚੱਕ ਕੇ ਰੱਖਣਾ ਉਹਦੇ ਅਗੇਂਸਟ। ਜਿੱਥੇ ਚੰਗੇ ਕੰਮ ਕਰ ਹੁੰਦੇ ਆ ਅਸੀਂ ਨਾਲ ਜੁੜਾਂਗੇ ਉਹਨਾਂ ਦੇ ਵੀ। ਐਵੇਂ ਬਿਨਾਂ ਮਤਲਬ ਕਿਸੇ ਨੂੰ ਗਾਲਾਂ ਕੱਢੀ ਜਾਓ, ਬਿਨਾਂ ਮਤਲਬ ਬੋਲੀ ਜਾਓ ਜੀ ਇਹਨਾਂ ਤੋਂ ਕੁਛ ਹੋਣਾ ਹੀ ਨਹੀਂ ਹੈ, ਇਹਨਾਂ ਨੇ ਕੁਛ ਕਰਨਾ ਹੀ ਨਹੀਂ ਹੈ, ਇਸ ਤਰ੍ਹਾਂ ਨਹੀਂ ਗੱਲ ਬਣੇਗੀ। ਲੈਟ ਅਸ ਸੀ ਦੈਮ। ਜਿੱਥੇ ਉਹ ਚੰਗਾ ਕੰਮ ਕਰਦੇ ਉਹਨਾਂ ਦੀ ਸਪੋਰਟ ਕਰੀਏ, ਜਿੱਥੇ ਵੀ ਕੋਈ ਉਹਨਾਂ ਨੂੰ ਪੋਪੂਲਸ ਆਪਣੀ ਲੋਕਾਂ ਦੀ ਲੋੜ ਪੈਂਦੀ ਹੈ ਉੱਥੇ ਉਹਨਾਂ ਦੇ ਨਾਲ ਖੜੀਏ। ਸਾਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਨਵਜੋਤ ਸਿੱਧੂ ਦਾ ਧੰਨਵਾਦ ਕਰਨਾ ਚਾਹੀਦਾ, ਬਲਕਿ ਜਾਖੜ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਇਹਨਾਂ ਨੇ ਆਪਣੀ ਹੀ ਪਾਰਟੀ ਵਿੱਚ ਆਪੋਜੀਸ਼ਨ ਲੀਡਰ ਦੇ ਵਾਂਗ ਕੰਮ ਕਰਿਆ। ਉਹਨੇ ਕੀ ਕੰਪੇਅਰਿੰਗ ਕਰੀਏ ਉਹਨੂੰ ਪਿੱਛੇ? ਪਾਰਟੀ ਪ੍ਰੈਜ਼ੀਡੈਂਟ ਨੇ ਸਾਰੇ ਇਲਾਕਿਆਂ 'ਚ ਘੁੰਮਣਾ ਹੁੰਦਾ, ਪਾਰਟੀ ਪ੍ਰੈਜ਼ੀਡੈਂਟ ਨੇ ਪਾਰਟੀ ਨੂੰ ਖੜਾਉਣਾ ਹੁੰਦਾ। ਮੈਨੂੰ ਤਾਂ ਨਹੀਂ ਲੱਗਦਾ, ਮੈਂ ਸੁਣਿਆ ਨਹੀਂ ਕਦੇ ਉਹ ਕਿਸੇ ਇਲਾਕੇ 'ਚ ਨਹੀਂ ਆਏ, ਸਾਡੇ ਤਾਂ ਨਹੀਂ ਆਏ। ਰਾਹੁਲ ਗਾਂਧੀ ਜੀ ਆਏ ਮੇਰੇ ਇਲਾਕੇ 'ਚ, ਉਹਦੇ ਨਾਲ ਵੀ ਕੀ ਇਫੈਕਟ ਪੈ ਗਿਆ ਕਿਉਂਕਿ ਉਹ ਐਮਐਲਏ ਜੀ ਸਾਡੇ ਦਾ ਬੁਰਾ ਹਾਲ ਸੀ। ਕਿ ਇਹਨਾਂ ਦੀ ਇਨਫਾਈਟਿੰਗ ਚੱਲਦੀ ਰਹਿਣੀ, ਇਹਨਾਂ ਦਾ ਕਲਚਰ ਹੈ। ਇਹਨਾਂ 'ਚ ਇਨਡਿਸਿਪਲਿਨ ਰਹਿਣਾ ਹੀ ਰਹਿਣਾ। ਇਹ ਇਨਡਿਸਿਪਲਿਨ ਜਿਹੜੇ ਇੱਕ ਵਾਰ ਪਾਰਟੀ 'ਚ ਇਨਡਿਸਿਪਲਿਨ ਹੋ ਜੇ, ਕਿਉਂਕਿ ਉਹ ਇਨਡਿਸਿਪਲਿਨ ਇੰਨਾ ਵਿੰਗਸ ਲੈ ਲੈਂਦਾ, ਇੰਨੇ ਵਿੰਗਸ ਬਣ ਜਾਂਦੇ, ਉਹਦੇ ਇਨਡਿਸਿਪਲਿਨ ਦਾ ਰੁਕਣਾ ਮੁਸ਼ਕਿਲ ਹੈ। ਇੱਥੇ ਤਾਂ ਰਾਹੁਲ ਗਾਂਧੀ ਜੀ ਵੀ ਆ ਲਏ। ਰਾਹੁਲ ਗਾਂਧੀ ਤੋਂ ਵੱਡੇ ਲੀਡਰ ਤਾਂ ਨਹੀਂ ਹੈ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ, ਜਾਂ ਜੇ ਇੰਨਾ ਹੀ ਇਹਨੂੰ ਇਹ ਸੀ ਤਾਂ ਆਪਣੇ ਜਿਸ ਬੰਦੇ ਨੇ ਇਹਦਾ ਇਲੈਕਸ਼ਨ ਦਾ ਟਿਕਟ ਅਨਾਊਂਸ ਕਰਿਆ ਸੀ ਪ੍ਰੈਜ਼ੀਡੈਂਟ ਪੀਪੀਸੀਸੀ, ਨਵਜੋਤ ਸਿੱਧੂ ਨੂੰ ਬੁਲਾ ਲੈਂਦਾ ਜੇ ਇਹਨੂੰ ਇੰਨਾ ਹੀ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਬਸੀ ਪਠਾਣੇ ਤੋਂ ਆਜ਼ਾਦ ਉਮੀਦਵਾਰ ਵਜੋਂ ਡਟੇ ਹੋਏ ਸੀਗੇ। ਹਾਲਾਂਕਿ ਨਤੀਜੇ ਉਹਨਾਂ ਦੇ ਪੱਖ ਦੇ ਨਹੀਂ ਆਏ। ਕੀ ਕਾਰਨ ਰਹੇ? ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ ਡਾਕਟਰ ਮਨੋਹਰ ਜੀ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਡਾਕਟਰ ਸਾਹਿਬ, ਪਹਿਲੀ ਵਾਰ ਚੋਣ ਲੜੀ ਹੈਗੀ ਹੈ, ਨਤੀਜੇ ਤੁਹਾਡੇ ਪੱਖ ਦੇ ਨਹੀਂ ਆਏ, ਕਿਵੇਂ ਦੇਖਦੇ ਹੋ ਨਤੀਜਿਆਂ ਨੂੰ? ਦੇਖੋ, ਜਦੋਂ ਚੋਣ ਲੜੀ ਜਾਂਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਜਿੱਤੇ। ਅਸੀਂ 11 ਬੰਦੇ ਖੜੇ ਸੀ ਸਾਡੀ ਬਸੀ ਪਠਾਣਾ ਕੰਸਟੀਟੂਐਂਸੀ ਤੋਂ। ਸਾਡੀ ਸੈਟਿਸਫੈਕਸ਼ਨ ਇਹ ਹੈ ਕਿ ਜਿੰਨੇ ਵੀ ਲੋਕਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਨੇ ਬਹੁਤ ਸਾਥ ਦਿੱਤਾ। ਜਿਨ੍ਹਾਂ ਨੇ ਵੋਟਾਂ ਨਹੀਂ ਵੀ ਪਾਈਆਂ ਉਹ ਵੀ ਮੰਨਦੇ ਸੀ ਕਿ ਸਾਡੀ ਜਿਹੜੀ ਕੰਪੇਨ ਬਹੁਤ ਅੱਛੀ ਰਹੀ। ਸਾਡੀ ਜਿਹੜੀ ਗੱਲ ਕਰਨ ਦਾ ਢੰਗ, ਸਾਡਾ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦਾ ਢੰਗ ਸਭ ਲੋਕਾਂ ਨੇ ਪਸੰਦ ਕਰਿਆ। ਚਲੋ ਇਹ ਗੱਲ ਠੀਕ ਹੈ ਕਿ ਕਿਉਂਕਿ ਇਸ ਵਾਰੀ ਤੁਹਾਨੂੰ ਪਤਾ ਹੀ ਹੈ ਕਿਵੇਂ ਹਨੇਰੀ ਆਈ ਹੈ, ਲੋਕਾਂ ਨੇ ਇੱਕ ਪਾਸੇ ਵੋਟ ਪਾਈ ਹੈ, ਉਹ ਠੀਕ ਹੈ। ਲੇਕਿਨ ਮੈਂ ਬਹੁਤ ਧੰਨਵਾਦ ਕਰਦਾ ਲੋਕਾਂ ਦਾ, ਆਪਣੀ ਟੀਮ ਦਾ, ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ। ਜਦੋਂ ਚੁਣਾਵ ਚੱਲ ਰਹੇ ਸੀ, ਕੈਂਪੇਨ ਚੱਲ ਰਹੀ ਸੀ, ਤੁਸੀਂ ਬੜੇ ਕੌਨਫੀਡੈਂਟ ਸੀ, ਤੁਸੀਂ ਬੜੇ ਸ਼ੋਰ ਸੀਗੇ, ਅਤੇ ਫਿਰ ਤੁਹਾਨੂੰ ਲੱਗਦਾ ਕਿੱਥੇ ਕਮੀ ਰਹੀ ਹੈਗੀ ਹੈ? ਚਲੋ ਹਨੇਰੀ ਤਾਂ ਆਈ ਹੈਗੀ ਹੈ, ਪਰ ਜੇ ਹਲਕੇ ਵਾਈਜ਼ ਗੱਲ ਕਰੀ ਜਾਵੇ ਕਿੱਥੇ ਕਿਤੇ ਕਮੀ ਰਹਿ ਗਈ? ਨਹੀਂ, ਮੈਂ ਸਮਝਦਾ ਕਿ ਸਾਡੀ ਲੋਕਾਂ ਨੇ ਸਾਨੂੰ ਐਕਸੈਪਟ ਕਰਿਆ। ਲੇਕਿਨ ਇਹ ਹੈ ਕਿਉਂਕਿ ਗੌਰਮੈਂਟ ਇੱਕ ਕਲੀਅਰ ਇਹ ਮੈਂਡੇਟ ਦੂਜੇ ਪਾਸੇ ਜਾ ਰਿਹਾ ਸੀ, ਆਮ ਆਦਮੀ ਪਾਰਟੀ ਵੱਲ ਉੱਧਰ ਜਾ ਰਿਹਾ ਸੀ। ਅਸੀਂ ਨਵੇਂ ਕੈਂਡੀਡੇਟ ਸੀ, ਅਸੀਂ ਇੰਡੀਪੈਂਡੈਂਟ ਕੈਂਡੀਡੇਟ ਸੀ। ਸਾਨੂੰ ਜਿਹੜਾ ਚੋਣ ਨਿਸ਼ਾਨ ਹੈ ਉਹ ਵੀ
ਜਿਸ ਦਿਨ ਸਾਰੀ ਚੋਣ ਪ੍ਰਕਿਰਿਆ ਖਤਮ ਹੋ ਗਈ, ਉਸ ਪੇਪਰ ਵਿਦਡਰਾਅਲ ਤੱਕ ਦੀ ਸਾਨੂੰ 5 ਤਰੀਕ ਨੂੰ ਚੋਣ ਨਿਸ਼ਾਨ ਮਿਲਿਆ। ਅਸੀਂ ਉਹ ਚੋਣ ਨਿਸ਼ਾਨ ਆਪਣਾ ਘਰ ਘਰ ਪਹੁੰਚਾਉਣਾ ਸੀ। ਇਸ ਕਰਕੇ ਇੰਡੀਪੈਂਡੈਂਟ ਕੈਂਡੀਡੇਟ ਨੂੰ ਇਹ ਪ੍ਰੋਬਲਮ ਆਉਂਦੀ ਹੈ, ਲੇਕਿਨ ਫਿਰ ਵੀ ਮੈਂ ਸਮਝਦਾ ਕਿ ਅਸੀਂ ਬਹੁਤ ਅੱਛੀ ਕੰਪੇਨ ਕਰੀ ਹੈ। ਕੈਂਪੇਨ ਦੌਰਾਨ ਕਦੇ ਲੱਗਿਆ ਵੀ ਐ ਹਨੇਰੀ ਇੱਕ ਪਾਸੇ ਲੋਕ ਹੋਏ ਨੇ ਜਾਂ ਵੀ ਇੱਕ ਪਾਸੇ ਹੀ ਸਾਰੀ ਵੋਟ ਝੁਕ ਜੂਗੀ? ਇਹ ਲੱਗ ਤਾਂ ਰਿਹਾ ਸੀ ਕਿ ਦੇਖੋ ਇਸ ਵਾਰੀ ਕਾਫੀ ਵੋਟ ਪੈ ਰਹੀ ਹੈ ਆਮ ਆਦਮੀ ਪਾਰਟੀ ਨੂੰ, ਲੇਕਿਨ ਫਿਰ ਵੀ ਅਸੀਂ ਕੌਨਫੀਡੈਂਟ ਸੀ ਕਿ ਅਸੀਂ ਆਪਣੇ ਆਪ ਨੂੰ ਪ੍ਰੋਜੈਕਟ ਕਰੀਏ, ਆਪਣੇ ਆਪ ਨੂੰ ਲੈ ਕੇ ਜਾਈਏ, ਤਾਂ ਕਿ ਅੱਗੇ ਨੂੰ ਵੀ ਲੋਕਾਂ ਨੂੰ ਪਤਾ ਲੱਗੇ ਅਸੀਂ ਕੈਂਡੀਡੇਟ ਹੈਗੇ ਹਾਂ। ਸਾਨੂੰ ਇਸ ਕਰਕੇ ਸਾਨੂੰ ਬਹੁਤ ਅੱਛਾ ਰੁਝਾਨ ਮਿਲਦਾ ਰਿਹਾ। ਤੁਹਾਡੇ ਬ੍ਰਦਰ ਸੀਐਮ ਚਰਨਜੀਤ ਚੰਨੀ ਉਹ ਹਲਕੇ 'ਚ ਨਹੀਂ ਆਏ, ਪ੍ਰਚਾਰ ਨਹੀਂ ਕਰ ਪਾਏ ਹੈ, ਕਿਸ ਚੀਜ਼ ਦਾ ਵੀ ਕਿਤੇ ਨਾ ਕਿਤੇ ਕਮੀ ਰਹੀ? ਨਹੀਂ ਦੇਖੋ, ਉਹਨਾਂ ਨੇ ਤਾਂ ਪ੍ਰਚਾਰ ਕਰਨ ਆਉਣਾ ਵੀ ਨਹੀਂ ਸੀ। ਕਾਂਗਰਸ ਪਾਰਟੀ ਦੇ, ਉਹ ਰੂਲਿੰਗ ਪਾਰਟੀ ਦੇ ਚੀਫ ਮਿਨਿਸਟਰ ਸੀ, ਉਹਨਾਂ ਨੇ ਤਾਂ ਆਉਣਾ ਵੀ ਨਹੀਂ ਸੀ। ਰਾਦਰ ਮੇਰੇ ਤੇ ਤਾਂ ਪ੍ਰੈਸ਼ਰ ਸੀ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਵੀ, ਮੇਰੇ ਭਰਾ ਤੇ ਵੀ, ਕਿ ਤੂੰ ਇਲੈਕਸ਼ਨ ਨਾਲ ਲੜ। ਇੰਡੀਪੈਂਡੈਂਟ ਜਿਹੜਾ ਆਫੀਸ਼ੀਅਲ ਕੈਂਡੀਡੇਟ ਹੈ ਕਾਂਗਰਸ ਦਾ, ਉਹਦੇ ਨਾਲ ਨਾ ਲੜਨ ਵਾਸਤੇ ਮੇਰੇ ਤੇ ਪ੍ਰੈਸ਼ਰ ਸੀ। ਲੇਕਿਨ ਕਿਉਂਕਿ ਮੈਂ ਉਸ ਇਲਾਕੇ 'ਚ ਕੰਮ ਕਰਿਆ ਹੋਇਆ ਸੀ, ਮੇਰੇ ਲੋਕ ਤੁਰੇ ਹੋਏ ਸੀ ਮੇਰੇ ਨਾਲ, ਮੈਂ ਸਮਝਦਾ ਸੀ ਕਿ ਮੇਰੇ ਨਾਲ ਇਹਨਾਂ ਨੇ, ਜੋ ਕਾਂਗਰਸ ਨੇ ਦੂਜੇ ਪਾਰਟੀ ਨੂੰ, ਹੁਣ ਦੂਜੇ ਬੰਦੇ ਨੂੰ ਟਿਕਟ ਦਿੱਤੀ ਹੈ ਸਿਟਿੰਗ ਐਮਐਲਏ ਨੂੰ, ਉਹ ਨਹੀਂ ਸੀ ਡਿਜ਼ਰਵ ਕਰਦਾ। ਇਸ ਕਰਕੇ ਮੈਂ ਇਲੈਕਸ਼ਨ ਲੜਨਾ ਹੀ ਸੀ। ਮੈਂ ਪ੍ਰੈਸ਼ਰ ਦੇ ਬਾਵਜੂਦ ਵੀ ਇਲੈਕਸ਼ਨ ਲੜਿਆ, ਆਪਣੇ ਲੋਕਾਂ ਕਰਕੇ ਲੜਿਆ, ਕਿਉਂਕਿ ਮੇਰੀ ਕੰਸਟੀਟੂਐਂਸੀ ਦੇ ਲੋਕ ਚਾਹੁੰਦੇ ਸੀ ਕਿ ਇਲੈਕਸ਼ਨ ਲੜ। ਜੀਪੀ ਸਿੰਘ ਨਾਲ ਅਸੀਂ ਗੱਲਬਾਤ ਕੀਤੀ, ਉਹਨੇ ਬੜੇ ਤਿੱਖੀ ਫਿਰ ਤੋਂ ਸ਼ਬਦੀ ਹਮਲੇ ਕੀਤੇ ਜਾਂ ਸਿਆਸੀ ਹਮਲੇ ਕੀਤੇ। ਉਹਨੇ ਕਿਹਾ ਮੈਨੂੰ ਤਾਂ ਮੇਰੀ ਪਾਰਟੀ ਨੇ ਹੀ ਜਾਂ ਮੁੱਖ ਮੰਤਰੀ ਨੇ ਕਾਂਗਰਸ ਵਰਸਸ ਕਾਂਗਰਸ 'ਚ ਹੀ ਉਲਝਾਈ ਰੱਖਿਆ, ਮੈਂ ਆਮ ਆਦਮੀ ਪਾਰਟੀ ਨਾਲ ਤਾਂ ਲੜ ਹੀ ਨਹੀਂ ਸਕੇਗਾ, ਮੇਰਾ ਮੁਕਾਬਲਾ ਤਾਂ ਮਨੋਹਰ ਸਿੰਘ ਜੀ ਨਾਲ ਹੀ ਕਰ ਦਿੱਤਾ, ਕਿਉਂਕਿ ਵਰਕਰ ਡਿਵਾਈਡ ਹੋ ਗਿਆ ਹੈਗਾ, ਵਰਕਰ ਕਨਫਿਊਜ਼ ਹੋ ਗਿਆ, ਵਰਕਰ ਨੂੰ ਪਤਾ ਨਹੀਂ ਲੱਗਿਆ ਵੀ ਕਿੱਧਰ ਜਾਣਾ ਹੈਗਾ, ਕਿਉਂਕਿ ਉੱਧਰੋਂ ਡਰਾਵੇ ਆਉਂਦੇ ਸੀ, ਦਬਕੇ ਆਉਂਦੇ ਸੀ। ਨਹੀਂ, ਉਹਦੇ ਨਾਲ ਸਾਡਾ ਕੋਈ ਇਲੈਕਸ਼ਨ ਲੜਨ ਦਾ ਕੋਈ, ਉਹਦੇ ਨਾਲ ਕੋਈ ਐਸੀ ਗੱਲ ਨਹੀਂ ਸੀ ਸਾਡੀ। ਜਿਹੜੇ ਲੋਕ ਵਰਕਰ ਜਨਤਾ ਮੇਰੇ ਨਾਲ ਤੁਰੇ ਹੋਏ ਸੀ, ਉਹ ਉਹਦੇ ਕੋਈ ਬੰਦੇ ਨਹੀਂ ਸੀ। ਉਹਦਾ ਤਾਂ ਹਾਲ ਇਹੀ ਹੋਣਾ ਸੀ, ਚਾਹੇ ਮੈਂ ਖੜਦਾ ਚਾਹੇ ਨਾ। ਜੇ ਮੈਂ ਨਾ ਖੜਦਾ ਤਾਂ ਉਹਨੂੰ ਇਹ ਵੀ ਇੰਨੀ ਵੋਟ ਵੀ ਸ਼ਾਇਦ ਨਾ ਪੈਂਦੀ। ਹੁਣ ਉਹਨੂੰ ਸਿਰਫ ਐਂਡ ਸਿਰਫ ਉਹ ਲੋਕਾਂ ਦੀ ਪਈ ਹੈ ਵੋਟ, ਜਿਹੜੇ ਲੋਕ ਸਮਝਦੇ ਆ ਕਿ ਮੈਂ ਤਾਂ ਸਿਰਫ ਪੰਜੇ ਨੂੰ ਵੋਟ ਪਾਉਣੀ ਹੈ, ਉਹੀ ਵੋਟ ਪਈ ਹੈ। ਨਾ ਤਾਂ ਕੋਈ ਜੀਪੀ ਨੂੰ ਵੋਟ ਪਈ ਹੈ, ਉੱਥੇ ਐਮਐਲਏ ਨੂੰ ਵੋਟ ਪਈ ਹੈ, ਅਤੇ ਨਾ ਕੋਈ ਹੋਰ ਕਿਸੇ ਬੰਦੇ ਨੇ ਕੋਈ ਸਿੰਪਤੀ ਜਾਂ ਕਿਸੇ ਸਾਡੇ ਅਗੇਂਸਟ ਵੋਟ ਪਈ ਹੈ ਉੱਥੇ। ਉਹਨੂੰ ਵੋਟ ਸਿਰਫ ਐਂਡ ਸਿਰਫ ਪਾਰਟੀ ਦੀ ਪਈ ਹੈ, ਉਹਦੀ ਆਪਣੀ ਕੋਈ ਵੋਟ ਨਹੀਂ ਹੈਗੀ। ਸਾਨੂੰ ਸਿਰਫ ਐਂਡ ਸਿਰਫ ਆਪਣੀ ਵੋਟ ਪਈ ਹੈ ਸਾਡੀ। ਉਹਦੇ ਨਾਲ ਕੋਈ ਉਹ ਐਵੇਂ ਗੱਲਾਂ ਮਾਰਦਾ, ਉਹ ਆਪਣੀ ਹਾਰ ਨੂੰ ਛੁਪਾਉਣਾ ਚਾਹੁੰਦਾ ਹੈ ਕਹਿ ਕੇ ਕਿ ਮੈਨੂੰ ਤਾਂ ਜੀ ਕਾਂਗਰਸੀ ਨੇ ਹਰਾਇਆ। ਨਾ ਤਾਂ ਮੈਂ ਕਾਂਗਰਸੀ ਸੀ, ਮੇਰੇ ਭਰਾ ਨੇ ਮੇਰੀ ਸਪੋਰਟ ਨਹੀਂ ਕਰੀ, ਮੇਰੇ ਭਰਾ ਨੇ ਰਾਦਰ ਪਾਰਟੀ ਨੇ ਮੇਰੇ ਤੇ ਪ੍ਰੈਸ਼ਰ ਪਾਇਆ। ਟਿਲ ਐਂਡ ਆਫ ਦੀ ਇਲੈਕਸ਼ਨ ਕੰਪੇਨ ਇਹੀ ਐਮਐਲਏ ਗਲਤ ਅਫਵਾਹਾਂ ਫੈਲਾਉਂਦਾ ਪੈ ਰਿਹਾ ਹੈ ਕਿ ਪਾਰਟੀ ਨੇ ਇਹਨੂੰ ਬਿਠਾ ਦੇਣਾ। ਮੇਰੇ ਤੇ ਪ੍ਰੈਸ਼ਰ ਜ਼ਰੂਰ ਸੀ, ਲੇਕਿਨ ਮੇਰਾ ਮਨ ਵੀ ਕਲੀਅਰ ਸੀ, ਮੇਰੇ ਲਾਈਨ ਕਲੀਅਰ ਸੀ ਕਿ ਮੈਂ ਇਲੈਕਸ਼ਨ ਲੜਨਾ। ਅਸੀਂ ਇਲੈਕਸ਼ਨ ਲੜਿਆ। ਇਹਦੀ ਹਾਲਾਤ ਇਹੀ ਹੋਣੀ ਸੀ ਜੋ ਹੁਣ ਹੋਈ ਹੈ, ਕਿਉਂਕਿ ਇਹਨੂੰ ਕੋਈ ਉੱਥੇ ਪਸੰਦ ਨਹੀਂ ਕਰਦਾ, ਇਹਨੂੰ ਤਾਂ ਪਿੰਡਾਂ 'ਚੋਂ ਦੜਾਉਂਦੇ ਰਹੇ। ਪਿੰਡਾਂ 'ਚੋਂ ਇੱਕ ਦੋ ਜਗ੍ਹਾ ਤਾਂ ਪੁਲਿਸ ਬਣਾਉਣੀ ਪਈ ਐਮਐਲਏ ਨੂੰ ਕਢਾਉਣ 'ਚ, ਲੋਕਾਂ ਨੇ ਘੇਰ ਲਿਆ ਕਿ ਤੂੰ ਕੋਈ ਕੰਮ ਨਹੀਂ ਕਰਿਆ। ਇਹ ਹੁਣ ਐਵੇਂ ਚੀਫ ਮਿਨਿਸਟਰ 'ਤੇ ਲਾਈ ਜਾਂਦਾ ਗੱਲ, ਮੈਨੂੰ ਇਹਨਾਂ ਨੇ ਹਰਾਇਆ, ਉਹਨਾਂ ਨੇ ਹਰਾਇਆ, ਮੈਨੂੰ ਜੀ ਕਾਂਗਰਸ ਵਰਸਸ ਕਾਂਗਰਸ ਕਰਤੇ। ਇਹਦਾ ਵੈਸੇ ਵੀ ਮਾੜਾ ਹੀ ਹਾਲ ਸੀ ਅਤੇ ਹੋਣਾ ਹੀ ਹੋਣਾ ਸੀ ਜੋ ਹੋਇਆ ਇਹਦੇ ਨਾਲ। ਜਿਹੜੀ ਉਹ ਗੱਲ ਹੈ ਵੀ ਵਰਕਰਾਂ ਨੂੰ ਡਰਾਉਣ ਦੀ, ਧਮਕਾਉਣ ਦੀ, ਇਹ ਗੱਲ ਹੋਈ ਹੈਗੀ ਹੈ, ਕਿਉਂਕਿ ਆਫਟਰ ਆਲ ਤੁਸੀਂ ਸੀਐਮ ਦੇ ਪਰਿਵਾਰ 'ਚੋਂ ਹੈਗੇ, ਸੀਐਮ ਦਾ ਵੱਖਰਾ ਰੋਹਬ ਹੁੰਦਾ ਹੈਗਾ, ਦਬਕਾ ਹੁੰਦਾ ਇੱਕ। ਨਹੀਂ, ਸੀਐਮ ਨੇ ਕਿਸੇ ਨੂੰ ਫੋਨ ਕਰਿਆ ਹੋਵੇ, ਸੀਐਮ ਸਾਹਿਬ ਨੇ ਕਿਸੇ ਨੂੰ ਕਿਹਾ ਹੋਵੇ ਜਾ ਕੇ, ਜਾਂ ਸੀਐਮ ਸਾਹਿਬ ਨੇ ਇਲੈਕਸ਼ਨ 'ਚ ਕੋਈ ਇੱਥੇ ਇੰਟਰਸਟ ਦਿਖਾਇਆ ਹੋਵੇ ਤਾਂ ਗੱਲ ਵੀ ਕਰੀਏ। ਮੈਂ ਦੱਸ ਰਿਹਾ ਨਾ, ਇਹ ਆਪਣੀ ਹਾਰ ਨੂੰ ਛੁਪਾਉਣ ਵਾਸਤੇ ਇਹੋ ਜਿਹੀ ਗੱਲ ਕਰ ਰਿਹਾ ਹੁਣ। ਤੁਹਾਡੇ ਕਰਕੇ ਮੇਰੇ ਹਲਕੇ 'ਚ ਆਏ ਨਹੀਂ ਕੈਂਪੇਨ ਕਰਨ ਵਾਸਤੇ, ਮੇਰੇ ਵਾਸਤੇ, ਮੇਰੇ ਐਂਟੀ ਸੀਗੇ ਸ਼ੁਰੂ ਤੋਂ। ਉਹ ਹੋਰ ਵੀ ਤਾਂ 117 ਹਲਕਿਆਂ 'ਚ ਹੈ, ਉਹ ਕਿੰਨਿਆਂ ਹਲਕਿਆਂ 'ਚ ਗਏ ਉਹ। ਇੱਥੇ ਤਾਂ ਰਾਹੁਲ ਗਾਂਧੀ ਜੀ ਵੀ ਆ ਲਏ। ਰਾਹੁਲ ਗਾਂਧੀ ਤੋਂ ਵੱਡੇ ਲੀਡਰ ਤਾਂ ਨਹੀਂ ਹੈ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ। ਜਾਂ ਜੇ ਇੰਨਾ ਹੀ ਇਹਨੂੰ ਇਹ ਸੀ ਤਾਂ ਆਪਣੇ ਜਿਸ ਬੰਦੇ ਨੇ ਇਹਦਾ ਇਲੈਕਸ਼ਨ ਦਾ ਟਿਕਟ ਅਨਾਊਂਸ ਕਰਿਆ ਸੀ, ਪ੍ਰੈਜ਼ੀਡੈਂਟ ਪੀਪੀਸੀਸੀ ਨਵਜੋਤ ਸਿੱਧੂ ਨੂੰ ਬੁਲਾ ਲੈਂਦਾ, ਜੇ ਇਹਨੂੰ ਇੰਨਾ ਹੀ ਸੀ ਵੀ ਉਹਨਾਂ ਕਰਕੇ ਜਿੱਤਣਾ। ਫਿਰ ਇਹ ਕਿਉਂ ਡਿਪੈਂਡੈਂਟ ਸੀ ਸੀਐਮ 'ਤੇ, ਆਪ ਜਿੱਤਦਾ ਹੈ। ਜਦ ਰਾਹੁਲ ਗਾਂਧੀ ਆ ਲਿਆ ਸੀ ਫਿਰ ਸਾਰੇ ਗੱਲ ਰਹਿ ਗਈਆਂ ਵਿੱਚ, ਫਿਰ ਤਾਂ ਕੋਈ ਪਿੱਛੇ ਰਹਿ ਗਏ ਸਾਰੇ। ਉਹਨਾਂ ਦੇ ਆਉਣ 'ਤੇ ਇਹਨੂੰ ਕਿੰਨੀਆਂ ਕੁ ਵੋਟਾਂ ਪੈ ਗਈਆਂ ਇਹ ਦੱਸੇ ਨਾ। ਇਹਦੀ ਮੈਂ ਤੁਹਾਨੂੰ ਦੱਸ ਰਿਹਾ, ਇਹ ਇਲੈਕਸ਼ਨ ਆਪਣੀ ਹਾਰ ਛਪਾਉਣ ਵਾਸਤੇ ਗੱਲਾਂ ਕਰ ਰਿਹਾ, ਹੋਰ ਇਹਦੇ ਕੋਲ ਕੋਈ ਗੱਲ ਨਹੀਂ ਹੈ। ਡਾਕਟਰ ਸਾਹਿਬ, ਤੁਸੀਂ ਵੀ ਕਾਂਗਰਸ 'ਚ ਰਹੇ ਹੋ ਸ਼ੁਰੂ ਤੋਂ, ਜਾਂ ਐਸੋਸੀਏਸ਼ਨ ਰਹੀ ਹੈ, ਕਿਉਂਕਿ ਚਰਨਜੀਤ ਚੰਨੀ ਰਹੇ ਹੈ। ਕਾਂਗਰਸ ਦਾ ਬਹੁਤ ਬੁਰਾ ਹਾਲ ਹੋਇਆ ਇਲੈਕਸ਼ਨ ਦੇ ਅੰਦਰ, ਕੀ ਕਾਰਨ ਲੱਗਦਾ ਤੁਹਾਨੂੰ, ਕੀ ਵਜ੍ਹਾਵਾਂ ਲੱਗਦੀਆਂ ਨੇਗੀਆਂ? ਦੇਖੋ, ਇੱਕ ਤਾਂ ਕਾਂਗਰਸ ਦੀ ਜਿਹੜੀ ਇਨਫਾਈਟਿੰਗ ਹੈ ਉਹਨੇ ਖਰਾਬ ਕਰਿਆ। ਇੱਕ ਇਹ ਹੈ ਕਿ ਐਂਟੀ ਇਨਕੰਬੈਂਸੀ ਹੁੰਦੀ ਜਦੋਂ ਇੱਕ ਗਵਰਨਮੈਂਟ ਚੱਲ ਲੈਂਦੀ ਹੈ। ਇੱਕ ਇਹ ਹੈ ਕਿ ਇਹਨਾਂ ਦੀਆਂ ਟਿਕਟਾਂ 'ਚ ਇਹਨਾਂ ਨੇ ਜੋ ਵੀ ਕਿਹਾ ਕਿ ਇਹਨੂੰ ਦੇ ਦਿਓ, ਇਹਨੂੰ ਕੱਟ ਦਿਓ, ਇਹ ਗੱਲਾਂ ਵੀ ਗਲਤ ਹੋਈਆਂ। ਕਿ ਮੈਂ ਚਾਹੁੰਦਾ ਸੀ ਕਿ ਟਿਕਟ ਮੈਨੂੰ ਮਿਲੇ। ਉਹ ਬੰਦੇ ਹੁਣ ਤੁਸੀਂ ਦੇਖ ਲਿਆ, ਪਾਰਟੀ ਦੇ ਕੈਂਡੀਡੇਟ ਨੂੰ ਵੀ ਲਗਭਗ 19 ਕੇ ਵੋਟ ਪਈ ਹੈ, ਮੇਰੇ ਨਾਲ ਥੋੜ੍ਹੀ ਜ਼ਿਆਦਾ ਉਹਦੀ ਜਿੰਨੀ ਕੁ ਅਸੀਂ ਪਈ ਹੈ। ਇਸ ਕਰਕੇ ਕਲੀਅਰ ਹੈ ਕਿ ਉਹਨੂੰ ਟਿਕਟ ਗਲਤ ਦਿੱਤੀ ਇਹਨਾਂ ਨੇ।
ਮੈਂ ਚਾਹੇ ਹੁੰਦਾ ਚਾਹੇ ਨਾ ਹੁੰਦਾ, ਇਹਨੇ ਹਾਰਨਾ ਹੀ ਹਾਰਨਾ ਸੀ। ਦੂਜਾ, ਆਮ ਆਦਮੀ ਪਾਰਟੀ ਨੇ, ਦੇਖੋ ਮੈਂ ਇਸ ਗੱਲ ਨੂੰ ਮੰਨਦਾ ਕਿ ਲੋਕਾਂ ਦੀ ਹਨੇਰੀ ਸੀ, ਇੱਕ ਬਦਲਾਅ ਵਾਲੀ ਗੱਲ ਸੀ ਕਿ ਇਹਨਾਂ ਨੂੰ ਚੈੱਕ ਕਰਿਆ ਜਾਵੇ, ਇਹਨਾਂ ਨੂੰ ਟਰਾਈ ਕਰਿਆ ਜਾਵੇ। ਫਿਰ ਇਹਨਾਂ ਦੀ ਜਿਹੜੀ ਦਿੱਲੀ 'ਚ ਗਵਰਨਮੈਂਟ ਚੱਲ ਰਹੀ ਹੈ, ਦਿੱਲੀ ਦੇ ਗਵਰਨਮੈਂਟ ਦੇ ਨੋ ਡਾਊਟ ਪਲੱਸ ਪੁਆਇੰਟ ਹੈ ਸੀ ਕਿ ਉੱਥੇ ਇਹਨਾਂ ਨੇ ਗਵਰਨਮੈਂਟ ਅੱਛੀ ਚਲਾਈ ਹੈ। ਫਿਰ ਭਗਵੰਤ ਮਾਨ ਦਾ ਵੀ ਇਮੇਜ ਜਿਹੜਾ ਇਹੀ ਸੀ, ਕਿਉਂਕਿ 2 ਵਾਰ MP ਬਣ ਲਿਆ। ਮੈਂ ਅੱਜ ਤੋਂ ਜੇ ਉਹਨੂੰ 10 ਸਾਲ ਪਹਿਲਾਂ ਕਹਿੰਦਾ ਵੀ CM ਬਣ ਰਿਹਾ, ਮੈਂ ਖੈਰ ਨਹੀਂ ਸੀ ਸਮਝਦਾ ਕਿ ਉਹਨੂੰ CM ਬਣਨਾ ਚਾਹੀਦਾ ਸੀ। ਹੁਣ ਉਹਦਾ 8-10 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਪਾਰਲੀਮੈਂਟ ਦਾ ਐਕਸਪੀਰੀਅੰਸ ਹੋਣਾ ਬਹੁਤ ਅੱਛੀ ਗੱਲ ਹੈ। ਉੱਥੇ ਉਹ ਭਗਵੰਤ ਮਾਨ ਜੀ ਪੂਰਾ ਆਪਣਾ ਪਾਰਟੀਸਪੇਟ ਵੀ ਕਰਦੇ ਰਹੇ ਡਿਬੇਟਸ ਵਿੱਚ, ਉੱਥੇ ਗੱਲਾਂ ਪੰਜਾਬ ਦੀਆਂ ਵੀ ਚੁੱਕਦੇ ਰਹੇ। ਇਸ ਕਰਕੇ ਮੈਂ ਸਮਝਦਾ ਕਿ ਲੋਕਾਂ ਨੇ ਹੋ ਸਕਦਾ ਇਹ ਠੀਕ ਹੀ ਉਹਨਾਂ ਨੂੰ ਚੁਣਿਆ ਹੋਵੇ, ਕਿਉਂਕਿ ਪੰਜਾਬ ਵਿੱਚ ਬਦਲਾਅ ਚਾਹੁੰਦੇ ਸੀ ਲੋਕ। ਰਵਾਇਤੀ ਪਾਰਟੀਆਂ ਦੋਹਾਂ ਤੋਂ ਜ਼ਰੂਰ ਦੂਰ ਹੋਏ ਪਏ ਸੀ ਲੋਕ। ਅਕਾਲੀ ਦਲ ਤਾਂ ਖਤਮ ਹੀ ਹੋ ਗਿਆ, ਕਾਂਗਰਸ ਤੋਂ ਹੁਣ ਐਂਟੀ ਇਨਕਮਬੈਂਸੀ ਇਮੀਡੀਏਟ ਐਂਟੀ ਇਨਕਮਬੈਂਸੀ ਉਹਨਾਂ ਦੀ ਸੀ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ। ਪਰ ਚਰਨਜੀਤ ਚੰਨੀ ਤਾਂ ਨਵਾਂ ਇੱਕ ਬਦਲਾਵ ਸੀਗਾ ਕਾਂਗਰਸ ਵਾਸਤੇ, ਮੁੱਖ ਮੰਤਰੀ ਦਾ ਚਿਹਰਾ ਸੀਗਾ। 111 ਦਿਨ 'ਚ ਉਹਨਾਂ ਨੇ ਅਨਾਊਂਸਮੈਂਟ ਵੀ ਕੀਤੀਆਂ, ਨੋਟੀਫਿਕੇਸ਼ਨਾਂ ਵੀ ਦਿਖਾਈਆਂ ਵੀ ਅਸੀਂ ਇਹ ਕੰਮ ਗਰਾਊਂਡ 'ਤੇ ਕੀਤੇ ਨੇ। ਫਿਰ ਦਲਿਤ ਭਾਈਚਾਰਾ ਵੀ ਬਹੁਤ ਵੱਡੇ ਪੱਧਰ 'ਤੇ ਪੰਜਾਬ 'ਚ ਹੈਗਾ ਅਤੇ ਸਭ ਤੋਂ ਵੱਧ ਹੀ ਹੈਗਾ ਪੂਰੇ ਦੇਸ਼ ਦੇ ਜੇ ਅਕੋਰਡਿੰਗ ਦੇਖਿਆ ਜਾਵੇ ਤਾਂ। ਦਲਿਤ ਭਾਈਚਾਰੇ ਦੇ ਚਿਹਰੇ ਨੂੰ ਐਕਸੈਪਟੈਂਸ ਕਿਉਂ ਨਹੀਂ ਮਿਲੀ ਫਿਰ? ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਕਿ ਲੋਕ ਬਦਲਾਅ ਚਾਹ ਰਹੇ ਸੀ। 3 ਮਹੀਨਿਆਂ 'ਚ ਕੁਛ ਨਹੀਂ ਕਰਿਆ ਜਾ ਸਕਦਾ। 3 ਮਹੀਨੇ 'ਚ ਇੰਨੀ ਜੋ ਇਹਨਾਂ ਨੇ ਕਰਿਆ, ਉਹਦੇ ਨਾਲ ਜਿਹੜੀ ਪਾਰਟੀ ਦੀ, ਉਹਦੇ ਨਾਲ ਗਵਰਨਮੈਂਟ ਦੀ ਜਿਹੜੀ ਪਰਫੋਰਮੈਂਸ ਹੈ ਜੱਜ ਨਹੀਂ ਕਰੀ ਜਾ ਸਕਦੀ। ਨੋ ਡਾਊਟ 3 ਮਹੀਨੇ 'ਚ ਕੰਮ ਵਧੀਆ ਕਰੇ, ਬਹੁਤ ਕਰੇ, ਪਪੂਲਰ ਹੋਏ, ਲੇਕਿਨ 3 ਮਹੀਨਿਆਂ ਨਾਲ ਜਿਹੜੀ 4.5 ਸਾਲ ਪਹਿਲੇ ਸੀ ਉਹ ਨਹੀਂ ਸੀ ਧੋਏ ਜਾਣੇ। ਉਹ 4.5 'ਚ ਕੁਛ ਹੋਇਆ ਹੀ ਨਹੀਂ ਸੀ ਸਾਲ 'ਚ। ਇਸ ਕਰਕੇ ਇਹ ਐਂਟੀ ਇਨਕਮਬੈਂਸੀ ਬਹੁਤ ਜ਼ਿਆਦਾ ਸੀ। ਗਵਰਨਮੈਂਟ ਨੇ ਜਿਹੜੇ ਪਹਿਲਾਂ ਕੰਮ ਨਹੀਂ ਕਰੇ, ਹੁਣ ਇਹਨਾਂ ਨੂੰ ਆਮ ਲੋਕਾਂ ਨੂੰ ਲੱਗਿਆ ਵੀ ਇਹ ਹੁਣ ਐਵੇਂ 3 ਮਹੀਨੇ ਸਾਨੂੰ ਕਰਕੇ ਦਿਖਾ ਰਹੇ, ਇਸ ਕਰਕੇ ਲੋਕਾਂ ਨੇ ਐਕਸੈਪਟ ਨਹੀਂ ਕਰਿਆ। ਦੂਜਾ ਇਹ ਸੀ ਕਿ ਲੋਕ ਚੇਂਜ ਚਾਹੁੰਦੇ ਆ। ਚੇਂਜ ਹੋਣ ਨਾਲ ਲੋਕਾਂ ਨੇ ਕਿਹਾ ਕਿ ਇੱਕ ਪਾਸੇ ਕਿਸੇ ਅੱਜ ਨਵਾਂ ਬੰਦਾ ਟਰਾਈ ਕਰੀਏ। ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ ਇਹਨਾਂ ਨੇ ਵੋਟਾਂ ਪਾਈਆਂ, ਝਾੜੂ ਨੂੰ ਵੋਟਾਂ ਪਾਈਆਂ, ਅਤੇ ਇਸ ਕਰਕੇ ਇਹਨਾਂ ਦੀ ਜ਼ਿਆਦਾ ਸੀਟਾਂ ਆਈਆਂ। ਪਰ ਮੁੱਖ ਮੰਤਰੀ ਚਿਹਰਾ ਹੋਣਾ, ਮੁੱਖ ਮੰਤਰੀ ਰਹਿਣਾ ਅਤੇ ਦੋਨੋਂ ਸੀਟਾਂ ਤੋਂ ਹਾਰ ਜਾਣਾ, ਇਹਦਾ ਕਾਰਨ ਕੀ ਲੱਗਦਾ ਹੈਗਾ? CM ਚੰਨੀ ਛੋਟਾ ਫੇਸ ਨਹੀਂ ਸੀਗਾ, ਮੁੱਖ ਮੇਜਰ ਫੇਸ ਸੀਗਾ। ਪੂਰੀ ਬਹੁਤ ਵੱਡੀ ਪੱਧਰ 'ਤੇ ਇਨਵੈਸਟਮੈਂਟ ਕੀਤੀ ਗਈ ਸੀ ਉਹਨਾਂ ਦੇ ਅੰਦਰ, ਪਰ ਫਿਰ ਦੋਨੋਂ ਸੀਟਾਂ ਤੋਂ ਕਿਵੇਂ ਹਾਰ ਗਏ? ਦੇਖੋ, ਭਦੌੜ ਦਾ ਜਿਹੜਾ ਇਲਾਕਾ, ਮੈਂ ਉੱਥੇ ਗਿਆ ਨਹੀਂ, ਵੈਸੇ ਮੈਂ ਦੇਖਿਆ ਨਾ, ਮੈਨੂੰ ਉੱਥੇ ਬਾਰੇ ਪਤਾ। ਇਹ ਸਾਡਾ ਇੰਟਰਸਟ ਵੀ ਹੁੰਦਾ ਰਿਹਾ। ਮੈਂ ਕੰਸਟੀਟੂਐਂਸੀ 'ਚ ਪਹਿਲਾਂ ਚਮਕੌਰ ਸਾਹਿਬ 'ਚ ਵੀ ਰਿਹਾ। ਇੱਥੇ ਤਾਂ ਜੋ ਚਰਨਜੀਤ ਸਿੰਘ ਚੰਨੀ ਨੂੰ ਵੋਟ ਜਿਸਨੀ ਪਿਛਲੀ ਵਾਰ ਪਈ ਸੀ, ਹੁਣ ਵੋਟ ਉਸ ਤੋਂ ਜ਼ਿਆਦਾ ਪਈ ਹੈ। ਪਹਿਲਾਂ ਤਾਂ ਉਹਨਾਂ ਦੀ ਪਰਸਨਲ ਵੋਟ ਜਾਂ ਕਾਂਗਰਸ ਦੀ ਵੋਟ ਉਹਨਾਂ ਨੇ ਵਧਾ ਲਈ ਉੱਥੇ। ਦੂਜੇ ਪਾਸੇ ਜਿਹੜੀ ਅਕਾਲੀ ਦਲ ਨੂੰ 20-25 ਹਜ਼ਾਰ ਵੋਟ ਪੈਂਦੀ ਸੀ ਉੱਥੇ ਸਿਰਫ 3700 3,500 ਵੋਟ ਪਈ ਹੈ ਉੱਥੇ। ਇਹ ਉਹਨਾਂ ਨੇ, ਦੂਜੀ ਪਾਰਟੀਆਂ ਨੇ, ਸਾਰਿਆਂ ਨੇ ਇਕੱਠੇ ਹੋ ਕੇ ਇਹ ਇੱਕ ਡਿਸੀਜ਼ਨ ਲੈ ਲਿਆ ਸੀ ਕਿ ਆਪਾਂ ਇਸ ਵਾਰੀ ਕਿਸੇ ਤਰ੍ਹਾਂ ਚੰਨੀ ਨੂੰ ਹਰਾਈਏ। ਅਕਾਲੀ ਦਲ ਦੀ ਵੋਟ ਸਾਰੀ ਆਮ ਆਦਮੀ ਪਾਰਟੀ ਨੂੰ ਪਈ। BJP, ਕਿਸਾਨ ਮੋਰਚੇ ਨੇ ਉੱਥੇ ਬੰਦਾ ਹੀ ਨਹੀਂ ਖੜਾਇਆ ਆਪਣਾ, ਕਿਸਾਨ ਮੋਰਚੇ ਦੀ ਵੀ ਸਾਰੀ ਵੋਟ BJP ਨੂੰ ਪਈ ਤਾਂ ਕਿ ਚੰਨੀ ਨੂੰ ਹਰਾਇਆ ਜਾਏ। ਇਨ ਸਪਾਈਟ ਆਫ ਦ ਫੈਕਟ ਕਿ ਚੰਨੀ ਦੀ ਜਿਹੜੀ ਪਰਸਨਲ ਆਪਣੀ ਵੋਟ ਹੈ, ਜਿੰਨੀ ਪਿਛਲੀ ਵਾਰ ਸੀ, ਪਿਛਲੇ ਇਲੈਕਸ਼ਨਾਂ 'ਚ, ਉਹਦੇ ਨਾਲ ਹੁਣ ਵੱਧ ਪਈ ਇਹਨਾਂ ਨੂੰ। ਲੇਕਿਨ ਕਿਉਂਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ, ਇਸ ਕਰਕੇ ਡਾਇਰੈਕਟ ਕੰਟੈਸਟ ਵਿੱਚ ਨੈਚੁਰਲੀ ਹਾਰਨਾ ਹੀ ਸੀ। ਫਿਰ ਸਾਰੇ ਇੱਕ ਪਾਸੇ ਬੰਦੇ ਇਕੱਠੇ ਹੋਏ ਆ। ਮੈਂ ਸਮਝਦਾ ਕਿ ਜੋ ਵੀ ਉੱਥੇ ਦੇ ਲੋਕਾਂ ਨੇ ਡਿਸੀਜਨ ਲਿਆ, ਲੋਕਾਂ ਦਾ ਡਿਸੀਜਨ ਇਹੀ ਸੀ ਕਿ ਚੰਨੀ ਨੂੰ ਜਿੱਤਣਾ ਚਾਹੀਦਾ, ਲੇਕਿਨ ਪਾਰਟੀਆਂ ਦਾ ਡਿਸੀਜਨ ਇਹ ਹੋ ਗਿਆ ਕਿ ਚੰਨੀ ਨੂੰ ਹਰਾਈਏ। ਉਸ ਕਰਕੇ ਹਾਰ ਹੋ ਗਈ ਹੈ। ਕੋਈ ਗੱਲ ਨਹੀਂ, ਹਾਰ ਜਿੱਤ ਹੁੰਦੀ ਰਹਿੰਦੀ। ਪਰ ਜਿਸ ਤਰ੍ਹਾਂ ਰਵਨੀਤ ਬਿੱਟੂ, ਸੁਨੀਲ ਜਾਖੜ ਸਵਾਲ ਚੱਕ ਰਹੇ ਹੈਗੇ, ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਚਰਨਜੀਤ ਚੰਨੀ ਉੱਤੇ ਵੀ ਕਿਵੇਂ ਉਹਨਾਂ ਨੇ ਕੰਮ ਨਹੀਂ ਕੀਤੇ ਹੈਗੇ, ਜਾਂ ਕਿ ਇੱਕ ਤਰ੍ਹਾਂ ਤੋਂ ਕਿਹਾ ਜਾ ਰਿਹਾ ਸੀ ਜ਼ਿਆਦਾ ਪੋਪੂਲਿਸਟ ਮੈਜਰ 'ਚ ਪੈ ਗਏ? ਕਾਂਗਰਸ ਦਾ ਕਲਚਰ ਹੈ ਇੱਕ ਦੂਜੇ ਦੇ ਅਗੇਂਸਟ ਬੋਲਣਾ, ਖਾਸ ਕਰਕੇ ਜਿਹੜਾ ਜਦੋਂ ਬੰਦਾ ਹਾਰ ਜਾਂਦਾ ਉਹਦੇ ਪਿੱਛੇ ਪੈ ਜਾਂਦੇ ਆ। 2 ਬੰਦਿਆਂ ਦੇ ਪਿੱਛੇ ਕਾਂਗਰਸ ਪੈਂਦੀ ਹੈ, ਇਹਨਾਂ ਦੇ ਲੀਡਰ। ਇੱਕ ਜਦੋਂ ਕੋਈ ਲੀਡਰ ਬਣ ਜਾਂਦਾ ਉਹਦੇ ਪਿੱਛੇ ਪੈ ਜਾਂਦੇ ਹੁਣ ਇਹਨੂੰ ਕਿਸੇ ਤਰ੍ਹਾਂ ਤਾਰਿਆ ਜਾਵੇ। ਇੱਕ ਜਦੋਂ ਹਾਰ ਜਾਂਦਾ ਫਿਰ ਉਹ ਸਾਰੇ ਲੋਕ, ਇਹਨਾਂ ਦੇ ਕਾਂਗਰਸ ਦੇ ਲੀਡਰ, ਉਹਨੂੰ ਕਹਿਣ ਲੱਗ ਜਾਂਦੇ ਕਿ ਤੇਰੇ ਕਰਕੇ ਹਾਰ ਗਿਆ। ਇਹ ਕਲੀਅਰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ, ਬਲਰਾਮ ਜਾਖੜ ਨੇ, ਆਪਣੇ ਸੁਨੀਲ ਜਾਖੜ ਜੀ ਨੇ ਕਿਸ ਤਰ੍ਹਾਂ ਗਲਤ ਸਟੇਟਮੈਂਟਾਂ ਦਿੱਤੀਆਂ, ਆਪਣੀ ਹੀ ਪਾਰਟੀ ਦੀ, ਆਪਣੀ ਹੀ ਗਵਰਨਮੈਂਟ ਦੇ ਅਗੇਂਸਟ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ। ਉਹਦੇ ਦਾ ਕਿਤੇ ਨਾ ਕਿਤੇ ਖਮਿਆਜਾ ਸਾਰੀ ਪਾਰਟੀ ਨੂੰ ਭੁਗਤਣਾ ਪਿਆ। ਪਰ ਮੈਂ ਕਿਉਂਕਿ ਇਸ ਪਾਰਟੀ 'ਚ ਨਹੀਂ ਹੈਗਾ, ਮੈਂ ਨਾ ਤਾਂ ਇਹਨਾਂ ਦੀ ਪੱਖ ਲਵਾਂ ਅਤੇ ਨਾ ਇਹਨਾਂ ਦੇ ਅਗੇਂਸਟ ਬੋਲਣਾ ਚਾਹੁੰਦਾ। ਮੈਂ, ਤੁਸੀਂ ਮੈਨੂੰ ਪੁੱਛਿਆ, ਮੈਂ ਇਸ ਕਰਕੇ ਦੱਸ ਰਿਹਾ। ਲੇਕਿਨ ਉਸ ਦੇ ਦੂਜੇ ਪਾਸੇ ਕੀ ਸੀ? ਆਮ ਆਦਮੀ ਪਾਰਟੀ ਟੋਟਲ ਇਕੱਠੀ ਸੀ। ਕੋਈ ਲੀਡਰ ਕਿਸੇ ਲੀਡਰ ਦੇ ਅਗੇਂਸਟ ਨਹੀਂ ਸੀ ਬੋਲਦਾ, ਕੋਈ ਲੀਡਰ ਭਗਵੰਤ ਮਾਨ ਦੇ ਅਗੇਂਸਟ ਨਹੀਂ ਬੋਲਦਾ, ਕੋਈ ਲੀਡਰ ਕੇਜਰੀਵਾਲ ਜੀ ਦੇ ਅਗੇਂਸਟ ਨਹੀਂ ਬੋਲਦਾ। ਇਸ ਕਰਕੇ ਉਹਨਾਂ ਦੀ ਯੂਨਿਟੀ ਦਿਖ ਰਹੀ ਸੀ। ਉਹਨਾਂ ਦੀ ਯੂਨਿਟੀ ਹੈਗੀ ਵੀ ਹੈ ਉਹਨਾਂ ਦੀ। ਮੈਂ ਸਮਝਦਾ ਕਿ ਚਾਹੇ ਕੋਈ ਉਹ ਪਰਿਵਾਰ ਹੋਵੇ, ਚਾਹੇ ਕੋਈ ਉਹ
ਪਾਰਟੀ ਹੋਵੇ, ਪਾਰਟੀ ਦੀ ਹੈੱਡ ਦੀ ਚੱਲਣੀ ਚਾਹੀਦੀ ਹੈ। ਕੇਜਰੀਵਾਲ ਜੀ ਦੀ ਉੱਥੇ ਚੱਲਦੀ ਹੈ, ਮੈਂ ਕਹਿੰਦਾ ਸਹੀ ਹੈ, ਡਿਸਪਲਿਨ ਰਹਿਣਾ ਚਾਹੀਦਾ ਹੈ। ਕਾਂਗਰਸ ਵਿੱਚ ਕਿਸੇ ਲੀਡਰ ਦੀ ਚੱਲਦੀ ਨਹੀਂ ਹੈ, ਇਸੇ ਕਰਕੇ ਇਨਡਿਸਪਲਿਨ ਹੈ, ਇਸੇ ਕਰਕੇ ਪਾਰਟੀ ਥੱਲੇ ਜਾ ਰਹੀ ਹੈ, ਹਾਰ ਰਹੀ ਹੈ। ਇਹ ਐਜ਼ ਕੰਪੇਅਰ ਟੂ ਕਾਂਗਰਸ ਐਜ਼ ਵੈਲ ਐਜ਼ ਅਕਾਲੀ ਦਲ, ਆਮ ਆਦਮੀ ਪਾਰਟੀ ਇਸ ਟਾਈਮ ਵਾਕਈ ਠੀਕ ਸੀ, ਜਿੱਤਣ ਵਾਲੀ ਪਾਰਟੀ ਸੀ, ਕਿਉਂਕਿ ਕੋਈ ਇਨਫਾਈਟਿੰਗ ਕਿਸੇ ਦੇ ਅਗੇਂਸਟ ਨਹੀਂ ਸੀ ਬੋਲਦਾ। ਜੋ ਇੱਕ ਡਿਸੀਜਨ ਹੋ ਗਿਆ, ਕਿਸੇ ਲੀਡਰ ਨੇ ਡਿਸੀਜਨ ਕੇਜਰੀਵਾਲ ਜੀ ਨੇ ਦੇ ਦਿੱਤਾ, ਉਹ ਡਿਸੀਜਨ ਹੋ ਗਿਆ, ਸਭ ਨੇ ਮੰਨ ਲਿਆ, ਸਭ ਨੂੰ ਮੰਨ ਲੈਣਾ ਚਾਹੀਦਾ ਜੇ ਉਹ ਉਹਨੂੰ ਆਪਣਾ ਲੀਡਰ ਮੰਨਿਆ ਹੋਇਆ ਉਹਨਾਂ ਨੇ। ਇਸੇ ਕਰਕੇ ਕਾਂਗਰਸ ਦਾ ਗ੍ਰਾਫ ਜਿਹੜਾ ਡਾਊਨ ਗਿਆ। ਇਹੀ ਸਵਾਲ ਚਰਨਜੀਤ ਚੰਨੀ ਤੇ ਵੀ ਖੜਾ ਹੁੰਦਾ ਵੀ ਉਹ ਆਪਣੇ ਪਰਿਵਾਰ ਦੇ ਮੈਂਬਰ ਨੂੰ ਬਿਠਾ ਨਹੀਂ ਸਕੇ, ਕਿਉਂ ਉਹਨਾਂ ਨੇ ਡਾਕਟਰ ਮਨੋਹਰ ਨੂੰ ਆਜ਼ਾਦ ਖੜੇ ਹੋਣ ਦੀ ਪਰਮਿਸ਼ਨ ਜੀ ਥਾਪੀ ਦਿੱਤੀ। ਇਹ ਗੱਲ ਸਵਾਲ ਚਰਨਜੀਤ ਚੰਨੀ ਤੇ ਖੜਾ ਹੋ ਰਿਹਾ ਰੈਗੂਲਰਲੀ। ਨਹੀਂ, ਮੈਂ ਦੱਸਦਾ ਰਿਹਾ, ਜਦੋਂ ਕੋਈ ਲੀਡਰ ਹਾਰਦਾ ਉਹਦੇ ਪਿੱਛੇ ਪੈ ਜਾਂਦੇ ਆ ਅਕਾਲੀ ਦਲ ਵਾਲੇ, ਕਾਂਗਰਸ ਵਾਲੇ। ਹੁਣ ਜੀਪੀ ਹਾਰ ਗਿਆ, ਉਹ ਰੌਲਾ ਪਾ ਰਹੇ ਹੈਗੇ ਆਪਣੇ ਭਾਈ ਨੂੰ ਉਹਨੇ ਬਿਠਾਇਆ ਨਹੀਂ। ਇਹ ਆਪਣੇ ਭਾਈ ਨੂੰ ਕਿਉਂ ਬਿਠਾਉਂਦੇ ਜੀ? ਇੱਕ ਮੈਸੇਜ ਵੀ ਗਿਆ ਨਾ ਵੀ ਪਾਰਟੀ ਇੱਕ ਸੁਰ ਨਹੀਂ ਹੈਗੀ, ਸੀਐਮ ਆਪਣੇ ਬ੍ਰਦਰ ਨੂੰ ਰੋਕ ਨਹੀਂ ਸਕੇ ਹੈਗੇ, ਤਾਂ ਬਾਕੀਆਂ ਨੇ ਤਾਂ ਬਗਾਵਤ ਕਰਨੀ ਹੀ ਕਰਨੀ ਹੈ। ਫਿਰ ਰਾਣਾ ਗੁਰਜੀਤ ਨੇ ਖੜਾਤੇ ਜਾਂ ਹੋਰ ਲੋਕਾਂ ਨੇ ਖੜਾਤੇ। ਰਾਣਾ ਗੁਰਜੀਤ ਉਹਨਾਂ ਨੇ ਪਹਿਲਾਂ ਹੀ ਕਿਹਾ ਹੋਇਆ ਸੀ, ਉਹਨਾਂ ਨੇ ਆਪਣੇ ਬੇਟੇ ਵਾਸਤੇ ਟਿਕਟ ਮੰਗੀ ਸੀ, ਉਹਨਾਂ ਨੇ ਪਹਿਲਾਂ ਹੀ ਅਨਾਊਂਸ ਕਰਿਆ ਸੀ ਮੈਂ ਖੜਾਉਣਾ। ਲੇਕਿਨ ਮੈਂ ਕਿੱਥੇ ਫੈਮਿਲੀ ਦੀ ਗੱਲ ਕਿੱਥੇ ਆਉਂਦੀ ਪਰਿਵਾਰ ਦੀ? ਕਿਉਂ ਉਹ ਆਪਣੇ ਪਰਿਵਾਰ ਦੇ ਦੂਜੇ ਮੈਂਬਰ ਨੂੰ ਨਾ ਖੜਨ ਦੇਣ? ਇਹ ਤਾਂ ਮੇਰੀ ਮਰਜ਼ੀ ਹੈ ਨਾ, ਮੈਂ ਖੜਨਾ ਕਿ ਨਹੀਂ ਹੈ। ਪਰਿਵਾਰ ਦਾ ਹਰ ਮੈਂਬਰ, ਅਸੀਂ ਭਰਾ ਹਾਂ, ਸਾਡੀ ਫੈਮਲੀਜ਼ਾਂ ਅਲੱਗ-ਅਲੱਗ ਹੈ। ਹਰ ਫੈਮਲੀ 'ਚ ਕਿਸੇ ਨੇ ਕੋਈ ਇਲੈਕਸ਼ਨ ਲੜਨਾ, ਕਿਸੇ ਨੇ ਕੋਈ ਪਾਰਟੀ ਜੁਆਇਨ ਕਰਨੀ, ਕਿਸੇ ਨੇ ਕੋਈ ਕੰਮ ਕਰਨਾ, ਇਹ ਸਾਰਿਆਂ ਨੇ ਇੰਡੀਪੈਂਡੈਂਟ ਹੈ। ਉਹਨਾਂ ਦਾ ਇਹ ਮੇਰੇ 'ਤੇ ਪ੍ਰੈਸ਼ਰ ਜ਼ਰੂਰ ਸੀ ਕਿ ਮੇਰੀ ਪਾਰਟੀ ਮੈਨੂੰ ਕਹਿ ਰਹੀ ਹੈ ਤੂੰ ਭਰਾ ਨੂੰ ਖੜਨ ਨਾ ਦੇ। ਲੇਕਿਨ ਮੈਂ ਪਾਰਟੀ ਵਾਲਿਆਂ ਨੂੰ ਕਿਹਾ ਸੀ ਕਿ ਮੇਰੀ ਫੈਮਿਲੀ ਅਲੱਗ ਹੈ, ਭਰਾ ਦੀ ਫੈਮਿਲੀ ਅਲੱਗ ਹੈ, ਮੈਂ ਖੜਨਾ ਹੀ ਖੜਨਾ। ਇਸ ਤਰ੍ਹਾਂ ਹੀ ਫਿਰ ਹੋਰ ਪਾਰਟੀ ਦੇ ਇਹਨਾਂ ਦੇ ਲੀਡਰਾਂ ਨੇ ਮੇਰੇ 'ਤੇ ਪ੍ਰੈਸ਼ਰ ਪਾਇਆ ਕਿ ਤੂੰ ਨਾ ਖੜ। ਲੇਕਿਨ ਮੇਰਾ ਡਿਸੀਜਨ ਲੋਕਾਂ ਦੇ ਨਾਲ ਡਿਸੀਜਨ ਸੀ, ਕਿਉਂਕਿ ਮੇਰੇ ਨਾਲ ਉੱਥੇ ਲੋਕ ਤੁਰੇ ਹੋਏ ਸੀ, ਉਹਨਾਂ ਨੂੰ ਮੈਂ ਛੱਡ ਨਹੀਂ ਸੀ ਸਕਦਾ, ਉਹਨਾਂ ਕਰਕੇ ਮੈਂ ਖੜਨਾ ਹੀ ਖੜਨਾ ਸੀ। ਇਹ ਜਿਹੜਾ ਇਸ ਟਾਈਮ ਜੀਪੀ ਜਾਂ ਹੋਰ ਇੱਕ ਦੋ ਬੰਦੇ ਰੌਲਾ ਪਾ ਰਹੇ ਕਿ ਆਪਣੇ ਭਰਾ ਨੂੰ ਨਹੀਂ ਬਿਠਾਇਆ, ਭਰਾ ਨੂੰ ਕਿਉਂ ਬਿਠਾਉਂਦੇ ਜੀ? ਐਂਡ ਕੀ ਰਿਸਪੋਂਸੀਬਿਲਿਟੀ ਆ ਉਹਨਾਂ ਦੀ ਵੀ ਮੈਂ ਆਪਣੀ ਫੈਮਿਲੀ 'ਚੋਂ ਕੋਈ ਖੜ ਨਹੀਂ ਦਊਂਗਾ ਜੇ ਤੁਸੀਂ ਮੈਨੂੰ ਸੀਐਮ ਬਣਾਤਾ? ਕੋਈ ਬੰਦਾ ਲਿਖ ਕੇ ਦੇਗਾ ਜੀ ਮੈਂ ਅੱਜ ਤੋਂ ਬਾਅਦ ਆਪਣੀ ਚਾਚੇ ਤਾਇਆਂ ਦੀ ਆਪਣੀ ਫੈਮਿਲੀ 'ਚੋਂ ਕਿਸੇ ਨੂੰ ਖੜ ਨਹੀਂ ਦਊਗਾ, ਤੁਸੀਂ ਮੈਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿਓ, ਤੁਸੀਂ ਮੈਨੂੰ ਸੀਐਮ ਬਣਾ ਦਿਓ? ਕੋਈ ਬੰਦਾ ਲਿਖ ਕੇ ਦੇਗਾ? ਕਿਉਂ ਕਿਸੇ ਦੀ ਕਿਉਂ ਰਿਸਪੋਂਸੀਬਿਲਿਟੀ ਲਏਗਾ ਉਹ, ਜਾਂ ਕਿਸੇ ਦੀ ਕਿਉਂ ਅਗੇਂਸਟ ਗੱਲ ਕਰੇਗਾ ਵੀ ਮੈਂ ਨਹੀਂ ਖੜਨ ਦਊਂਗਾ? ਸਿਆਸਤ ਪਰਸੈਪਸ਼ਨ ਤੇ ਬਹੁਤ ਬੇਸਡ ਹੁੰਦੀ ਹੈਗੀ। ਪਰਸੈਪਸ਼ਨ ਜਦੋਂ ਗਲਤ ਹੋ ਜਾਏ ਤਾਂ ਫਿਰ ਉਹਦਾ ਕਿਤੇ ਨਾ ਕਿਤੇ ਖਾਮਿਆਜ਼ਾ ਸਭ ਨੂੰ ਭੁਗਤਣਾ ਪਿਆ। ਪਰਸੈਪਸ਼ਨ ਤਾਂ ਲੀਡਰਾਂ ਨੇ ਬਣਾਉਣੀ ਹੈ ਨਾ, ਇਹਨਾਂ ਦੀ ਪਾਰਟੀ ਉਹ ਲੀਡਰ ਬਣਾ ਰਹੀ ਹੈ ਨਾ, ਇਹਨਾਂ ਦੇ ਲੀਡਰ ਇਹ ਗੱਲਾਂ ਕਰ ਰਹੇ ਨਾ। ਆਮ ਆਦਮੀ ਪਾਰਟੀ ਵਾਲੇ ਜਾਂ ਕੋਈ ਹੋਰ ਪਾਰਟੀ ਵਾਲੇ ਤਾਂ ਨਹੀਂ ਕਹਿੰਦੇ ਵੀ ਇਹਨਾਂ ਨੇ ਕਿਉਂ ਨਹੀਂ ਬਿਠਾਇਆ ਬੰਦਾ। ਇਹ ਪਰਸੈਪਸ਼ਨ ਇਹਨਾਂ ਦੇ ਲੀਡਰ ਬਣਾਉਣੇ ਆ। ਇਹਨਾਂ ਦੇ ਲੀਡਰਾਂ 'ਚ ਇਨਡਿਸਪਲਿਨ ਹੈ, ਇਹਨਾਂ ਦੇ ਲੀਡਰਾਂ 'ਚ ਕੋਈ ਕਿਸੇ ਲੀਡਰ ਦੀ ਕਦਰ ਨਹੀਂ ਹੈ, ਇਹਨਾਂ ਦੇ ਲੀਡਰ ਕੋਈ ਇੱਕ ਦੂਜੇ ਨੂੰ ਲੀਡਰ ਨਹੀਂ ਮੰਨਦੇ। ਹਰ ਲੀਡਰ ਦੇ ਪਿੱਛੇ ਪਏ ਹੋਏ ਆ ਵੀ ਮੈਂ ਇਹਨੂੰ ਮਾਰਦਾ, ਮੈਂ ਇਹਨੂੰ ਮਾਰਦਾ ਤਾਂ ਕਿ ਮੈਂ ਹੀ ਲੀਡਰ ਬਣ ਜਾਏ। ਇਸੇ ਕਰਕੇ ਪਾਰਟੀ ਦਾ ਇਹ ਹਾਲ ਹੋ ਰਿਹਾ। ਇਸੇ ਕਰਕੇ ਜਿਹੜਾ ਸਾਡਾ ਐਮਐਲਏ ਹਾਰਿਆ ਜੀਪੀ ਸਿੰਘ, ਉਹਨੂੰ 16,000 ਵੋਟ ਪਈ ਹੈ ਟੋਟਲ 1,09,11,000 ਚੋਂ। ਉਹ ਵੀ ਇਸੇ ਕਰਕੇ ਰੌਲਾ ਪਾ ਰਿਹਾ ਕਿਸੇ ਤਰ੍ਹਾਂ ਮੈਂ ਛੁਪਾ ਦੇਵਾਂ ਆਪਣੀ ਹਾਰ। ਉਹ ਆਪਣੀ ਹਾਰ ਨੂੰ ਛੁਪਾਉਣ ਵਾਸਤੇ ਹੀ ਜਿਹੀਆਂ ਗੱਲਾਂ ਕਰਦਾ। ਆਪਣੇ ਭਰਾ ਨੂੰ ਖੜਾਇਆ ਜੀ, ਆਪਣੇ ਭਰਾ ਨੂੰ ਬਿਠਾਇਆ ਨਹੀਂ। ਕਿਉਂ ਬਿਠਾਉਂਦੇ ਉਹ? ਔਰ ਉਹਨੇ ਕੌਣ ਕਹਿੰਦਾ ਵੀ ਉਹਨਾਂ ਨੇ ਖੜਾਇਆ ਮੈਨੂੰ? ਮੈਂ ਖੁਦ ਖੜਾ, ਮੈਂ ਆਪਣੀ ਜ਼ਿੰਮੇਵਾਰੀ 'ਤੇ ਖੜਾ। ਮੈਂ ਇਹਨਾਂ ਦੇ ਲੀਡਰਾਂ ਦੇ ਕਹਿਣ ਦੇ ਬਾਵਜੂਦ ਖੜਿਆ ਵੀ ਤੂੰ ਨਾ ਖੜ, ਕਿਉਂਕਿ ਮੇਰੀ ਆਪਣੀ ਮੇਰੀ ਹੋਂਦ ਹੈ। ਮੈਂ ਆਪਣੇ ਇਲਾਕੇ 'ਚ ਆਪ ਕੰਮ ਕਰਿਆ, ਇਲਾਕੇ 'ਚ ਅੱਗੇ ਨੂੰ ਵੀ ਕੰਮ ਕਰਨਾ, ਮੈਂ ਅੱਗੇ ਨੂੰ ਵੀ ਉੱਥੇ ਕੰਮ ਕਰਨਾ। ਜੇ ਲੋਕਾਂ ਨੇ ਮੈਨੂੰ ਅੱਗੇ ਨੂੰ ਖੜਾਇਆ, ਮੈਂ ਅੱਗੇ ਨੂੰ ਵੀ ਖੜਨਾ। ਮੇਰੀ ਕਾਂਗਰਸ ਪਾਰਟੀ ਨਾਲ ਜਾਂ ਇਹਨਾਂ ਦੇ ਲੀਡਰਾਂ ਨਾਲ ਕਿਸੇ ਨਾਲ ਕੋਈ ਐਸੀ ਅੰਡਰਸਟੈਂਡਿੰਗ ਨਹੀਂ ਸੀ ਜੇ ਮੈਂ ਨਹੀਂ ਖੜਾਂਗਾ। ਨਾ ਹੀ ਮੈਂ ਕਾਂਗਰਸ ਦਾ ਮੈਂਬਰ ਸੀ, ਇਸ ਕਰਕੇ ਮੈਂ ਖੜਨਾ ਸੀ, ਮੈਂ ਆਪਣੇ ਆਪ ਖੜਿਆ। ਡਾਕਟਰ ਸਾਹਿਬ, ਸੁਖਜਿੰਦਰ ਰੰਧਾਵਾ ਤੇ ਬਾਜਵਾ ਨੇ ਗੱਲ ਕਹੀ ਹੈ ਵੀ ਨਵਜੋਤ ਸਿੰਘ ਸਿੱਧੂ ਆਪਣੇ ਬਾਰੇ ਸੋਚਦੇ ਰਹੇ, ਉਹਨਾਂ ਨੇ ਗਲਤ ਬਿਆਨਬਾਜ਼ੀਆਂ ਕੀਤੀਆਂ ਜਿਸ ਕਰਕੇ ਕਾਂਗਰਸ ਪਾਰਟੀ ਦਾ ਅੱਜ ਭੱਠਾ ਵਹਿ ਗਿਆ ਹੈਗਾ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਕੇਜਰੀਵਾਲ ਤੇ ਭਗਵੰਤ ਮਾਨ ਸਭ ਤੋਂ ਪਹਿਲਾਂ ਜਾ ਕੇ ਸ਼ੁਕਰੀਆ ਹੀ ਨਵਜੋਤ ਸਿੰਘ ਸਿੱਧੂ ਦਾ ਕਰਨਾ ਚਾਹੀਦਾ ਵੀ ਉਹਨਾਂ ਦੀ ਬਦੌਲਤ ਉਹ ਜਿੱਤ ਗਏ। ਬਿਲਕੁਲ, ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਨਵਜੋਤ ਸਿੱਧੂ ਦਾ ਧੰਨਵਾਦ ਕਰਨਾ ਚਾਹੀਦਾ, ਬਲਕਿ ਜਾਖੜ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਇਹਨਾਂ ਨੇ ਆਪਣੀ ਹੀ ਪਾਰਟੀ ਵਿੱਚ ਆਪੋਜੀਸ਼ਨ ਲੀਡਰ ਦੇ ਵਾਂਗ ਕੰਮ ਕਰਿਆ। ਜਿਹੜੀ ਵੀ ਗਵਰਨਮੈਂਟ ਕੋਈ ਡਿਸੀਜਨ ਲੈਂਦੇ ਸੀ ਉਹਦੇ ਅਗੇਂਸਟ ਬੋਲਦੇ ਸੀ। ਠੀਕ ਹੈ, ਲੇਕਿਨ ਮੈਂ ਕਾਂਗਰਸ ਦਾ ਮੈਂਬਰ ਨਹੀਂ ਹਾਂ, ਇਸ ਕਰਕੇ ਮੈਂ ਨਹੀਂ ਇਹਨਾਂ ਨੂੰ ਕਹਿੰਦਾ। ਮੈਂ ਕਹਿੰਦਾ ਠੀਕ ਕਰ ਰਹੇ, ਇਹਦੀ ਆਦਤ ਹੈ ਨਵਜੋਤ ਸਿੱਧੂ ਦੀ। ਕਿੰਨੀਆਂ ਪਾਰਟੀਆਂ ਬਦਲ ਚੁੱਕਿਆ, ਕਿੱਥੇ ਕਿੱਥੇ ਜਾ ਚੁੱਕਿਆ, ਹਰ ਜਗ੍ਹਾ ਲੜ ਕੇ ਫਿਰ ਬਾਹਰ ਆ ਜਾਂਦਾ। ਜਿੱਥੇ ਮਿਨਿਸਟਰ ਬਣਿਆ ਉੱਥੇ ਵੀ ਲੜ ਕੇ ਆਇਆ, ਜਿੱਥੇ MP ਬਣਿਆ ਉੱਥੇ ਵੀ ਲੜ ਕੇ ਆਇਆ, ਜਿੱਥੇ MLA ਬਣਿਆ ਉੱਥੋਂ ਵੀ ਲੜ ਕੇ ਆਇਆ। ਦੇਖੋ, ਕੋਈ ਤਾਂ ਕਿਸੇ ਬਾਰੇ ਤਾਂ ਠੀਕ ਬੋਲੇ, ਕਿਸੇ ਬਾਰੇ ਤਾਂ ਤੁਸੀਂ ਆਪਣੇ ਲੀਡਰ ਬਾਰੇ ਠੀਕ ਬੋਲੋ। ਹੁਣ ਤੁਸੀਂ ਜੇ ਪਾਰਟੀ ਜੁਆਇਨ ਕਰੇ ਲਈ ਹੈ, ਤੁਸੀਂ ਆਪਣੇ ਲੀਡਰ ਬਾਰੇ ਠੀਕ ਬੋਲੋ। ਨਹੀਂ ਜੀ, ਫਿਰ ਚਲੋ ਉਹਨੇ ਕੀ ਕੰਪੇਅਰਿੰਗ ਕਰੀ ਜੇ ਉਹਨੂੰ ਕੋਈ ਪੁੱਛੇ,
ਪਾਰਟੀ ਪ੍ਰੈਜ਼ੀਡੈਂਟ ਨੇ ਸਾਰੇ ਇਲਾਕਿਆਂ 'ਚ ਘੁੰਮਣਾ ਹੁੰਦਾ, ਪਾਰਟੀ ਪ੍ਰੈਜ਼ੀਡੈਂਟ ਨੇ ਪਾਰਟੀ ਨੂੰ ਖੜਾਉਣਾ ਹੁੰਦਾ। ਮੈਨੂੰ ਤਾਂ ਨਹੀਂ ਲੱਗਦਾ, ਮੈਂ ਸੁਣਿਆ ਨਹੀਂ ਕਦੇ ਉਹ ਕਿਸੇ ਇਲਾਕੇ 'ਚ ਨਹੀਂ ਆਏ, ਸਾਡੇ ਤਾਂ ਨਹੀਂ ਆਏ। ਰਾਹੁਲ ਗਾਂਧੀ ਜੀ ਆਏ ਆ ਮੇਰੇ ਇਲਾਕੇ 'ਚ, ਉਹਦੇ ਨਾਲ ਵੀ ਕੀ ਇਫੈਕਟ ਪੈ ਗਿਆ ਕਿਉਂਕਿ ਉਹ MLA ਹੀ ਸਾਡੇ ਦਾ ਬੁਰਾ ਹਾਲ ਸੀ। ਇਸ ਕਰਕੇ ਇਹਨਾਂ ਦੀ ਇਨਫਾਈਟਿੰਗ ਚੱਲਦੀ ਰਹਿਣੀ, ਇਹਨਾਂ ਦਾ ਕਲਚਰ ਹੈ। ਇਹਨਾਂ 'ਚ ਇਨਡਿਸਿਪਲਿਨ ਰਹਿਣਾ ਹੀ ਰਹਿਣਾ। ਇਹ ਇਨਡਿਸਿਪਲਿਨ ਜਿਹੜੇ ਇੱਕ ਵਾਰ ਪਾਰਟੀ 'ਚ ਇਨਡਿਸਿਪਲਿਨ ਹੋ ਜੇ, ਕਿਉਂਕਿ ਉਹ ਇਨਡਿਸਿਪਲਿਨ ਇੰਨਾ ਵਿੰਗਸ ਲੈ ਲੈਂਦਾ, ਇੰਨੇ ਵਿੰਗਸ ਬਣ ਜਾਂਦੇ, ਉਹ ਇਨਡਿਸਿਪਲਿਨ ਦਾ ਰੁਕਣਾ ਮੁਸ਼ਕਿਲ ਹੈ। ਲੇਕਿਨ ਮੈਂ ਸਮਝਦਾ ਕਿ ਇਨਡਿਸਿਪਲਿਨ ਹੋਣਾ ਚਾਹੀਦਾ ਸੀ। ਇਹ ਲੀਡਰਾਂ ਨੂੰ ਜਿਹੜੇ CM ਦੇ ਅਗੇਂਸਟ ਬੋਲਦੇ ਰਹੇ ਬੋਲਣਾ ਨਹੀਂ ਸੀ ਚਾਹੀਦਾ, ਅਤੇ ਹੁਣ ਵੀ ਜਿਹੜੇ ਬੋਲਦੇ ਆ ਉਹ ਪਾਰਟੀ ਨੂੰ ਹੀ ਖਰਾਬ ਕਰ ਰਹੇ ਆ। ਉਹ ਕਿਸੇ ਪਾਰਟੀ ਬਾਰੇ ਨਹੀਂ ਬੋਲ ਰਹੇ, ਉਹ ਆਪਣੀ ਹੀ ਪਾਰਟੀ ਨੂੰ ਖਰਾਬ ਕਰ ਰਹੇ। ਤੇ ਡਾਕਟਰ ਸਾਹਿਬ, ਤੁਹਾਡਾ ਅਗਲਾ ਸਟੈਪ ਕੀ ਰਹੂਗਾ? ਤੁਸੀਂ ਕਿਹਾ ਤੁਸੀਂ ਕਿਸੇ ਵੀ ਕਾਂਗਰਸ ਪਾਰਟੀ ਨਾਲ ਐਸੋਸੀਏਟਿਡ ਨਹੀਂ ਹੋ, ਲੀਡਰਾਂ ਨਾਲ ਐਸੋਸੀਏਟਿਡ ਨਹੀਂ ਹੋ, ਕੀ ਤੁਸੀਂ ਆਮ ਆਦਮੀ ਪਾਰਟੀ ਜਾ ਸਕਦੇ ਹੋ? ਦੇਖੋ, ਆਮ ਆਦਮੀ ਪਾਰਟੀ ਨੂੰ ਮੈਂ ਐਜ਼ ਐਨ ਇੰਡੀਪੈਂਡੈਂਟ ਪੂਰੀ ਸਪੋਰਟ ਕਰਾਂਗਾ। ਮੈਂ ਮਾਨ ਸਾਹਿਬ ਭਗਵੰਤ ਮਾਨ ਦੀ ਪੂਰੀ ਕਦਰ ਕਰਦਾ। ਮੈਨੂੰ ਲੱਗਦਾ ਹੈ ਕਿ ਹੀ ਵਿਲ ਬੀ ਗੁੱਡ ਐਡਮਿਨਿਸਟ੍ਰੇਟਰ, ਕਿਉਂਕਿ ਉਹਨਾਂ ਨੇ ਪਾਰਲੀਮੈਂਟ 'ਚ ਕੰਮ ਕਰਿਆ ਹੋਇਆ। ਅਤੇ ਵੈਸੇ ਵੀ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਜਿਹੜਾ ਦਿੱਲੀ ਦਾ ਉਹਨਾਂ ਨੇ ਗਵਰਨੈਂਸ ਕਰੀ ਹੈ, ਤਾਂ ਹੀ ਦੂਜੀ ਵਾਰ ਉੱਥੇ ਇੰਨੀ ਮੈਜੋਰਟੀ ਨਾਲ ਜਿੱਤੇ ਹੋਏ ਆ, ਜੇ ਉਹਨਾਂ ਨੇ ਅੱਛੀ ਗਵਰਨੈਂਸ ਦਿੱਤੀ ਹੋਣੀ ਹੈ ਉੱਥੇ। ਲੇਕਿਨ ਮੈਂ ਸਮਝਦਾ ਮੇਰੀ ਸ਼ੁਭਕਾਮਨਾਵਾਂ ਉਹਨਾਂ ਨੂੰ ਕਿ ਜਿੱਥੇ ਤੱਕ ਮੈਂ ਆਪਣੀ ਸਪੋਰਟ ਹੋਏਗੀ ਮੈਂ ਜ਼ਰੂਰ ਸਪੋਰਟ ਕਰਾਂਗਾ। ਕੰਸਟਰਕਟਿਵ ਜਿਹੜੀ ਸਪੋਰਟ ਆ ਜ਼ਰੂਰੀ ਦੇਣੀ ਹੁੰਦੀ ਹੈ। ਮੈਂ ਆਪਣੇ ਬਸੀ ਪੁਰਾਣੇ ਹਲਕੇ 'ਚ ਵੀ ਕੋਈ ਜਿਹੜਾ ਉੱਥੇ MLA ਬਣਿਆ ਮੁੰਡਾ, ਉਹਦੇ ਕੋਈ ਐਂ ਨਹੀਂ ਹੈਗਾ ਉਹਦੇ ਅਗੇਂਸਟ ਬੋਲੂੰਗਾ ਜਾਂ ਝੰਡਾ ਹੀ ਚੱਕ ਕੇ ਰੱਖਣਾ ਉਹਦੇ ਅਗੇਂਸਟ। ਜਿੱਥੇ ਚੰਗੇ ਕੰਮ ਕਰ ਹੁੰਦੇ ਆ ਅਸੀਂ ਨਾਲ ਜੁੜਾਂਗੇ, ਉਹਨਾਂ ਦੇ ਵੀ ਕੰਮ ਉੱਥੇ ਹੋਣੇ ਚਾਹੀਦੇ ਆ। ਬਸੀ ਪਠਾਣੇ 'ਚ ਬਹੁਤ ਕੰਮ ਹੋਣ ਵਾਲਾ, ਅਤੇ ਮੈਂ ਭਗਵੰਤ ਮਾਨ ਜੀ ਨੂੰ ਵੀ ਵਧਾਈ ਦਿੰਦਾ, ਕੇਜਰੀਵਾਲ ਜੀ ਨੂੰ ਵਧਾਈ ਦਿੰਦਾ, ਅਤੇ ਆਸ ਵੀ ਰੱਖਦਾ ਕਿ ਵਧੀਆ ਕੰਮ ਹੋਣਗੇ। ਅਤੇ ਮੈਂ ਉਹਨਾਂ ਦੀ ਆਪੋਜੀਸ਼ਨ ਨਹੀਂ ਕਰਾਂਗਾ, ਮੈਂ ਉਹਨਾਂ ਦੇ ਨਾਲ ਲੱਗ ਕੇ ਚੱਲਾਂਗਾ। ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਵੈਸੇ, ਜਾਂ ਤੁਸੀਂ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ, ਤੁਸੀਂ ਉਹਨਾਂ ਨੂੰ ਅਪਰੋਚ ਕੀਤਾ? ਨਹੀਂ, ਭਗਵੰਤ ਮਾਨ ਜੀ ਇਸ ਟੂ ਬਿਜ਼ੀ ਮੈਨ ਨਾਓ, ਮੇਰੀ ਗੱਲ ਨਹੀਂ ਹੋਈ ਉਹਨਾਂ ਦੀ। ਲੇਕਿਨ ਕਿਸੇ ਨਾਲ ਹੋਰ ਹਾਂ, ਬਿਲਕੁਲ ਆਪਣੇ ਉੱਧਰ ਦੋਸਤ ਵੀ ਹੈਗੇ, ਲੀਡਰ ਹੈਗੇ ਆਪਣੇ, ਅਤੇ ਉਹਨਾਂ ਨਾਲ ਹੀ ਬੈਸਟ ਵਿਸ਼ੇਜ਼ ਐਂਡ ਵਧਾਈਆਂ ਵਾਲੀ ਗੱਲ ਹੋਈ ਹੈ। ਅਤੇ ਮੈਂ ਸਮਝਦਾ ਕਿ ਇਕੱਠੇ ਹੋ ਕੇ ਚੱਲਣਾ ਪੈਣਾ, ਐਵੇਂ ਬਿਨਾਂ ਮਤਲਬ ਕਿਸੇ ਨੂੰ ਗਾਲਾਂ ਕੱਢੀ ਜਾਓ, ਬਿਨਾਂ ਮਤਲਬ ਬੋਲੀ ਜਾਓ ਜੀ ਇਹਨਾਂ ਤੋਂ ਕੁਛ ਹੋਣਾ ਹੀ ਨਹੀਂ ਹੈ, ਇਹਨਾਂ ਨੇ ਕੁਛ ਕਰਨਾ ਹੀ ਨਹੀਂ ਹੈ, ਇਸ ਤਰ੍ਹਾਂ ਨਹੀਂ ਗੱਲ ਬਣੇਗੀ। ਲੈਟ ਅਸ ਸੀ ਦੈਮ, ਜਿੱਥੇ ਉਹ ਚੰਗਾ ਕੰਮ ਕਰਦੇ ਉਹਨਾਂ ਦੀ ਸਪੋਰਟ ਕਰੀਏ, ਜਿੱਥੇ ਵੀ ਕੋਈ ਉਹਨਾਂ ਨੂੰ ਪੋਪੂਲਸ ਆਪਣੀ ਲੋਕਾਂ ਦੀ ਲੋੜ ਪੈਂਦੀ ਹੈ ਉੱਥੇ ਉਹਨਾਂ ਦੇ ਨਾਲ ਖੜੀਏ ਆਪਾਂ। ਭਗਵੰਤ ਮਾਨ ਨਾਲ ਤੁਸੀਂ ਪਹਿਲਾਂ ਮੁਲਾਕਾਤ ਹੁੰਦੀ ਰਹੀ ਹੈ? ਅੱਜ ਤਾਂ ਹੁਣ ਤਾਂ ਮੁੱਖ ਮੰਤਰੀ ਬਣ ਕੇ ਪਹਿਲਾਂ ਸੀਗੇ, ਰਿਲੇਸ਼ਨ ਕਿਵੇਂ ਤੁਹਾਡਾ ਉਹਨਾਂ ਨਾਲ? ਨਹੀਂ, ਠੀਕ ਹੈ, ਮੈਨੂੰ ਜਾਣਦੇ ਆ, ਪਰ ਇੰਨੀ ਬਹੁਤੀ ਵਾਰ ਨਹੀਂ ਮਿਲੇ, ਫਿਰ ਵੀ ਮੈਨੂੰ ਜਾਣਦੇ ਆ, ਅਤੇ ਠੀਕ ਰਹੇਗਾ, ਕੋਈ ਗੱਲ ਨਹੀਂ। ਹੋਰ ਲੀਡਰਸ ਮੇਰੀ ਅੱਛੀ ਚੰਗੀ ਉਹਨਾਂ ਨਾਲ ਹੈ ਗੱਲਬਾਤ, ਮੈਨੂੰ ਮਿਲਦੇ ਵੀ ਰਹੇ ਆ ਪਹਿਲਾਂ, ਅਤੇ ਉਹਨਾਂ ਨਾਲ ਮੇਰਾ ਬਹਿਣ ਉੱਠਣ ਵੀ ਠੀਕ ਹੈ। ਇਹ ਅਲੱਗ ਗੱਲ ਹੈ ਕਿ ਮੈਂ ਇੰਡੀਪੈਂਡੈਂਟ ਲੜਿਆ, ਉਹਨਾਂ 'ਚ ਮੈਂ ਜਾ ਨਹੀਂ ਸਕਿਆ ਕਿਉਂਕਿ ਮੇਰਾ ਭਰਾ CM ਸੀ। CM ਨੂੰ ਛੱਡ ਕੇ ਜਾਣਾ ਦੂਜੀ ਪਾਰਟੀ 'ਚ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਠੀਕ ਨਹੀਂ ਹੋਏਗਾ, ਇਸੇ ਕਰਕੇ ਮੈਂ ਇੰਡੀਪੈਂਡੈਂਟ ਲੜਿਆ। ਲੇਕਿਨ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ, ਆਮ ਆਦਮੀ ਪਾਰਟੀ ਦੇ ਲੀਡਰਸ ਨਾਲ ਮੇਰੇ ਚੰਗੇ ਸੰਬੰਧ ਹੈ। ਸੁੱਖਾ ਨੂੰ ਅਪਰੋਚ ਕੀਤਾ ਸੀ ਉਹਨਾਂ ਨੇ ਵੀ ਸਾਡੇ ਵੱਲੋਂ ਖੜ੍ਹ ਜਾਓ? ਨਹੀਂ, ਹੁਣ ਤੁਸੀਂ ਛੱਡੋ ਇਸ ਗੱਲ ਨੂੰ, ਲੇਕਿਨ ਮੇਰੀ ਮਜਬੂਰੀ ਸੀ ਕਿ ਜੇ CM ਨਾ ਹੁੰਦੇ ਤਾਂ ਮੈਂ ਚਲਾ ਜਾਂਦਾ। ਜੇ ਚਰਨਜੀਤ ਸਿੰਘ ਚੰਨੀ CM ਨਾ ਹੁੰਦਾ ਫਿਰ ਮੈਂ ਡੈਫੀਨੇਟਲੀ ਚਲਾ ਜਾਂਦਾ, ਕਿਉਂਕਿ ਲੇਕਿਨ ਹੁਣ ਵਾਕਈ ਇਸ ਗੱਲ ਨੂੰ ਮੈਨੂੰ ਧਿਆਨ ਰੱਖਣਾ ਪੈਣਾ ਸੀ। ਫਿਰ ਜ਼ਿਆਦਾ ਗੱਲ ਗਿਰਨੀ ਸੀ ਇਹਨਾਂ 'ਤੇ ਕਿ ਤੇਰਾ ਭਰਾ ਤਾਂ ਆਮ ਆਦਮੀ ਪਾਰਟੀ ਚਲਾ ਗਿਆ। ਲੇਕਿਨ ਆਮ ਆਦਮੀ ਪਾਰਟੀ ਨਾਲ ਮੇਰੀ ਸੋਚ ਕੁਛ ਨਾ ਕੁਛ ਮਿਲਦੀ ਹੈ, ਮੇਰੇ ਪਹਿਲਾਂ ਉਹਨਾਂ ਦੇ ਨਾਲ ਲਿੰਕਸ ਹੈ। ਹਾਂ, ਜੇ ਪਹਿਲਾਂ ਮੈਂ ਉਹਨਾਂ ਨਾਲ ਤੁਰਿਆ ਹੁੰਦਾ, ਕਿਤੇ ਜੁਆਇਨ ਕਰ ਜਾਂਦਾ ਫਿਰ ਠੀਕ ਸੀ, ਲੇਕਿਨ ਇਹ ਸਟੇਜ 'ਤੇ ਆ ਕੇ ਗੱਲ ਕਰਨੀ ਕਿ ਮੇਰਾ ਭਰਾ CM ਉਹਨੂੰ ਛੱਡ ਕੇ ਜਾਣਾ, ਮੈਂ ਠੀਕ ਨਹੀਂ ਸਮਝਿਆ। ਹਾਲਾਂਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਕਿਸੇ ਨੂੰ ਦੱਸਿਆ ਵੀ ਨਹੀਂ, ਮੇਰੇ ਉਹਨਾਂ ਨਾਲ ਲਿੰਕਸ ਪੂਰੇ ਸੀ, ਮੈਨੂੰ ਔਫਰ ਵੀ ਆਈ ਸੀ, ਲੇਕਿਨ ਮੈਨੂੰ ਸਮਹਾਓ ਅਨਫੋਰਚੂਨੇਟਲੀ ਉਹ ਔਫਰ ਮੈਂ ਨਹੀਂ ਸੀ ਲੈ ਸਕਦਾ, ਨਹੀਂ ਉਹਨਾਂ ਨੂੰ ਮੈਨੂੰ ਨਾ ਹੀ ਕਰਨੀ ਪਈ ਕਿ ਨਹੀਂ ਮੈਂ ਹੁਣ ਨਹੀਂ ਕਰਨਾ। ਹੁਣ ਇਸ ਗੱਲ ਦਾ ਰਿਗਰੈਟ ਹੁੰਦਾ ਹੈਗਾ? ਨਹੀਂ ਤਾਂ ਫਿਰ ਸੀਟ ਕੱਢ ਜਾਂਦੇ, ਜਿਵੇਂ ਹੁਣ ਜਾ ਫਿਰ ਤਾਂ ਉਹਨਾਂ ਨੇ ਪੰਜਾਬ ਨਹੀਂ, ਰਿਗਰੈਟ ਕਰਨ ਦੀ ਲੋੜ ਨਹੀਂ ਹੈ। ਜਿਹੜੇ ਡਿਸੀਜਨ ਲਏ ਹੁੰਦੇ ਆਪਣੇ, ਉਹ ਡਿਸੀਜਨ 'ਤੇ ਖੜਨਾ ਚਾਹੀਦਾ। ਜੇ ਮੈਂ ਡਿਸੀਜਨ ਲਿਆ ਕਿ ਮੇਰੀ ਮਜਬੂਰੀ ਹੈ, ਮੈਂ ਨਹੀਂ ਜਾ ਸਕਦਾ, ਤਾਂ ਉਹਦੇ 'ਤੇ ਹੀ ਮੈਂ ਖੜਨਾ। ਰਿਗਰੈਟ ਨਹੀਂ ਹੋਣਾ ਚਾਹੀਦਾ। ਰਿਗਰੈਟ ਮੈਨੂੰ ਇਹ ਜ਼ਰੂਰ ਸੀ ਕਿ ਮੇਰੇ ਇਹਨਾਂ ਲੋਕਾਂ ਨੇ ਐਵੇਂ ਰੌਲਾ ਪਾਇਆ ਕਿ ਆਪਣੇ ਭਰਾ ਨੇ ਖੜਾਇਆ ਜੀ, ਇਹ ਭਰਾ ਇਹਦੀ ਸਪੋਰਟ ਕਰ ਰਿਹਾ। ਮੇਰੀ ਕੋਈ ਸਪੋਰਟ ਨਹੀਂ ਕਿਸੇ ਨੇ ਕੀਤੀ, ਮੈਂ ਖੁਦ ਇਲੈਕਸ਼ਨ ਲੜਿਆ। ਇਹ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਾਂਗਰਸ ਦੇ ਲੀਡਰਾਂ ਨੂੰ ਵੀ, ਇਹ GP ਵਰਗੇ ਜਿਹੜੇ MLA ਹਾਰੇ ਆ, ਇਹਨਾਂ ਨੂੰ ਵੀ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਆਪਣੇ ਦਮ 'ਤੇ ਇਕੱਲੇ ਨੇ ਇਲੈਕਸ਼ਨ ਲੜਿਆ ਹੈ, ਆਪਣੇ ਦਮ 'ਤੇ ਲੋਕਾਂ ਨਾਲ ਮਿਲ ਕੇ ਲੋਕਾਂ ਨੇ ਇਲੈਕਸ਼ਨ ਲੜਿਆ ਮੇਰਾ ਹੈ। ਇਸ ਕਰਕੇ ਜਿਹੜਾ ਰੌਲਾ ਪਾਉਂਦਾ ਫਿਰਦਾ ਜੀ ਐਕਸ਼ਨ ਲਿਆ ਜਾਵੇ ਚੰਨੀ ਦੇ, ਇਹਨੇ ਆਪਣਾ ਭਰਾ ਖੜਾਇਆ ਜੀ, ਉਹਨੂੰ ਇੰਨੀ ਗੱਲ ਪੁੱਛੀ ਜੇ ਭਰਾ ਖੜ ਵੀ ਗਿਆ ਸੀ ਤੂੰ ਜਿੱਤ ਲੈਂਦਾ ਫਿਰ ਵੀ, ਕਿ ਤੂੰ ਆਪਣੀ ਹੋਣ 'ਤੇ ਜਿੱਤਣਾ ਸੀ ਨਾ, ਤੂੰ ਕਿਉਂ ਨਹੀਂ ਜਿੱਤਿਆ? ਤੈਨੂੰ ਕਿੰਨੀਆਂ ਕੁ ਵੋਟਾਂ ਪਈਆਂ? ਪਿਛਲੀ ਵਾਰ 47,000 ਵੋਟ ਪਈ ਸੀ ਉਹਨੂੰ ਜਦੋਂ ਜਿੱਤਿਆ ਸੀ ਉਹ, ਇਸ ਵਾਰੀ ਉਹਨੂੰ 16,000 ਵੋਟ ਪੈ ਰਹੀ ਹੈ।
ਕਿਆ ਮੇਰੇ ਕਰਕੇ ਘੱਟ ਗਈ ਸਾਰੀ ਵੋਟ ਉਹਦੀ? ਇਸ ਕਰਕੇ ਕੋਈ ਕਿਸੇ ਦੀ ਤੂਮਤਾ ਨਹੀਂ ਮੰਨਣੀ ਚਾਹੀਦੀ, ਡਿਸਪਲਿਨ ਰੱਖਣਾ ਚਾਹੀਦਾ। ਮੈਨੂੰ ਉਹਨਾਂ ਨੂੰ ਵੀ, ਮੈਂ ਲੀਡਰਾਂ ਨੂੰ ਕਹਿਣਾ, ਡਿਸਪਲਿਨ ਰੱਖਣਾ ਚਾਹੀਦਾ। ਔਰ ਇਹੋ ਜਿਹੇ ਜਿਹੜੇ ਲੋਕ ਡਿਸਪਲਿਨ ਨਹੀਂ ਰੱਖਦੇ, ਇਹਨਾਂ ਨੂੰ ਨਠਾਉਣਾ ਚਾਹੀਦਾ। ਜੇ ਪਾਰਟੀ ਕਾਂਗਰਸ ਅੱਜ ਕੱਲ੍ਹ ਕੱਢੇਗੀ ਜਿਹੜੇ ਇਨਡਿਸਪਲਿਨਡ ਬੰਦੇ ਆ, ਤਾਂ ਹੀ ਇਹ ਪਾਰਟੀ ਬਚੇਗੀ। ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਮੈਂ ਸਰਕਾਰ ਦੇ ਨਾਲ ਹੋ ਕੇ ਚੱਲਾਂਗਾ। ਜੇ ਅੱਜ ਸਰਕਾਰ ਕਹਦੇ ਵੀ ਸਾਡੇ ਨਾਲ ਆ ਜਾਓ, ਫਿਰ ਤੋਂ ਆਫਰ ਕਰਦੇ ਨੇ ਵੀ ਆਮ ਆਦਮੀ ਪਾਰਟੀ ਸ਼ਾਮਿਲ ਹੋਵੋ, ਤੁਸੀਂ ਕੋਈ ਰੋਲ ਦਿੰਦੇ ਆ ਤੁਹਾਨੂੰ, ਕੀ ਤੁਹਾਨੂੰ ਮਨਜ਼ੂਰ ਹੋਊਗਾ? ਨਹੀਂ, ਜਿਹੜੀ ਗੱਲ ਤਾਂ ਪਤਾ ਹੀ ਨਹੀਂ ਹੋਣੀ ਹੈ ਕਿ ਨਹੀਂ, ਆਪਾਂ ਕਿਉਂ ਕਰੀਏ? ਠੀਕ ਹੈ ਨਾ। ਆਪਾਂ ਫਿਲਹਾਲ ਮੈਂ ਆਈ ਵਿਲ ਕੰਸਨਟਰੇਟ ਇਨ ਮਾਈ ਓਨ ਕੰਸਟੀਟੂਐਂਸੀ ਬਸੀ ਪਠਾਣਾ, ਉੱਥੇ ਕੰਮ ਕਰਾਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਡਾਕਟਰ ਸਾਹਿਬ। ਤਾਂ ਇਹ ਸੀਗੇ ਡਾਕਟਰ ਨੋਹਰ ਸਿੰਘ, ਜਿਨ੍ਹਾਂ ਨੇ ਕਿਹਾ, ਉਹਨਾਂ ਨੇ ਸਾਰਾ ਸਪਸ਼ਟ ਕੀਤਾ ਵੀ ਕਿਉਂ ਉਹ ਖੜੇ ਹੋਏ ਸੀਗੇ, ਕਿਵੇਂ ਉਹਨਾਂ ਨੇ ਆਪਣੇ ਦਮ ਦੇ ਉੱਤੇ ਸਾਰੀਆਂ ਵੋਟਾਂ ਲਈਆਂ ਨੇ, ਜਿਹੜੀਆਂ ਉਹਨਾਂ ਉੱਤੇ ਤੁਹਮਤਾਂ ਲਾਈਆਂ ਜਾ ਰਹੀਆਂ ਜਾਂ ਉਹਨਾਂ ਉੱਤੇ ਕਿਹੇ ਜਾ ਰਹੇ ਲਗਾਤਾਰ ਸਿਆਸੀ ਹਮਲੇ ਹੋ ਰਹੇ ਆ, ਉਹਦੇ ਪਿੱਛੇ ਕੀ ਕਾਰਨ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਆਫਰ ਜ਼ਰੂਰ ਆਈ ਸੀ, ਬਟ ਕਿਉਂਕਿ ਉਹਨਾਂ ਦੇ ਭਰਾ CM ਚਰਨਜੀਤ ਚੰਨੀ ਸੀਗੇ, ਇਸ ਕਰਕੇ ਉਹਨਾਂ ਨੇ ਉਹ ਆਫਰ ਐਕਸੈਪਟ ਨਹੀਂ ਕੀਤੀ। ਪਰ ਹੁਣ ਉਹ ਸਰਕਾਰ ਦੇ ਨਾਲ ਸਪੋਰਟ ਕਰਕੇ ਜਾਂ ਉਹਨਾਂ ਨੂੰ ਪੂਰੀ ਸਪੋਰਟ ਦੇਣਗੇ। ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ, ਧਾਲੀਵਾਲ, ਪ੍ਰੋ ਪੰਜਾਬ TV।